ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। ਪ੍ਰਾਈਮ ਟਾਈਮ ਦੇ ਵਿੱਚ ਦਰਸ਼ਕਾਂ ਦਾ ਸਵਾਗਤ ਹੈ। ਪ੍ਰਾਈਮ ਟਾਈਮ 'ਚ ਅੱਜ ਗੱਲ ਕਰਾਂਗੇ यूके ਦੇ ਵਿੱਚ ਆਈ ਇੱਕ ਰਿਪੋਰਟ ਦੀ। ਇੱਕ ਕਮਿਸ਼ਨ ਬਣਾਇਆ ਗਿਆ ਸੀ ਔਰ ਉਸ ਕਮਿਸ਼ਨ ਦੀ ਇੱਕ ਰਿਪੋਰਟ ਆਈ ਹੈ। ਕਮਿਸ਼ਨ ਦਾ ਨਾਮ ਸੀ ਦ ਬਲੂਮ ਰਿਵਿਊ। ਦ ਬਲੂਮ ਰਿਵਿਊ ਦੇ ਵਿੱਚ ਜੋ ਰਿਪੋर्ट ਦਿੱਤੀ गई है उस रिपोर्ट के मुताबिक कुछ सैक्शन कुछ वर्ग ऐसा है जो भड़काऊ गल्लां बातां जो खालिस्तानी गल्लां बातां या इस तरीके दीयां गल्लां करके भड़काउंदे ने लोकां नूं और उस दे नाल स्थिति उत्थे खराब हुंदी है। द बलूम रिव्यू दी रिपोर्ट जो उस वेले दे प्रधानमंत्री बोरिस जॉनसन वालों एक कमिशन बनाया गया सी ते उसकी जो रिपोर्ट आई है और उस ते हुण मौजूदा पीएम ऋषि सुनक नूं कार्रवाई करन दे लई किया गया है। की कुछ इस रिपोर्ट दे विच खुलासे होए ने, की कुछ लिखा गया है, पहला एक रिपोर्ट दिखाने हैं, फिर उस तो बाद मेहमान साडे नाल जुड़ रहे ने, इस ते चर्चा नूं अगे वधावांगे। यूके च खालिस्तानियों ਨੂੰ ਲੈ ਕੇ ਵੱਡੇ ਖੁਲਾਸੇ ਹੋਏ ਨੇ। ਇੰਗਲੈਂਡ 'ਚ ਦ ਬਲੂਮ ਰਿਵਿਊ ਕਮਿਸ਼ਨ ਬਣਾਇਆ ਗਿਆ ਜਿਸ ਨੇ ਖਾਲਿਸਤਾਨੀਆਂ ਨੂੰ ਲੈ ਕੇ ਇੱਕ ਰਿਪੋਰਟ ਤਿਆਰ ਕੀਤੀ ਹੈ ਜਿਸ 'ਚ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਗਏ ਨੇ। ਰਿਪੋਰਟ 'ਚ ਲਿਖਿਆ ਗਿਆ ਹੈ ਕਿ ਖਾਲਿਸਤਾਨੀ ਕੱਟੜਪੰਥੀ ਯੂਕੇ 'ਚ ਸਿੱਖਾਂ ਨੂੰ ਭੜਕਾਉਂਦੇ ਨੇ। ਖਾਲਿਸਤਾਨੀ ਕੱਟੜਪੰਥੀ ਸਿੱਖਾਂ 'ਚ ਦਰਾਰ ਪੈਦਾ ਕਰ ਰਹੇ ਨੇ ਅਤੇ ਸਿੱਖਾਂ ਨੂੰ ਵੰਡ ਕੇ ਤਾਕਤਵਰ ਬਣ ਰਹੇ ਨੇ। ਕੁਝ ਵਿਅਕਤੀ ਅਤੇ ਸਮੂਹ ਖਾਲਿਸਤਾਨੀ ਏਜੰਡੇ ਨੂੰ ਧੂਲ ਦੇ ਰਹੇ ਨੇ। ਖਾਲਿਸਤਾਨੀ ਖੁਦ ਨੂੰ ਪ੍ਰਭਾਵਸ਼ਾਲੀ ਦਿਖਾਉਣ ਦਾ ਮਾਹੌਲ ਬਣਾਉਂਦੇ ਨੇ ਜਦਕਿ ਇਹ ਕੱਟੜਪੰਥੀ ਸਿੱਖ ਧਰਮ ਦੇ ਨੁਮਾਇੰਦੇ ਨਹੀਂ ਨੇ। ਰਿਪੋਰਟ 'ਚ ਕਿਹਾ ਗਿਆ ਕਿ ਪਾਕਿਸਤਾਨ ਵਾਲੇ ਪੰਜਾਬ ਤੋਂ ਬਿਨਾਂ ਖਾਲਿਸਤਾਨ ਚਾਹੁੰਦੇ ਨੇ। ਖਾਲਿਸਤਾਨੀ ਕੱਟੜਪੰਥੀ ਸਿੱਖ ਹੋਣ ਦੀ ਆੜ 'ਚ ਗਲਤ ਨੂੰ ਸਹੀ ਠਹਿਰਾਉਂਦੇ ਨੇ ਅਤੇ ਵਿਰੋਧ ਕਰਨ ਵਾਲਿਆਂ ਨੂੰ ਧਮਕਾਇਆ ਜਾਂਦਾ ਹੈ ਜਦਕਿ ਇਹ ਕੱਟੜਪੰਥੀ ਭਾਰਤ ਵਿਰੋਧੀ ਭਾਵਨਾਵਾਂ ਨੂੰ ਵੀ ਹਵਾ ਦਿੰਦੇ ਨੇ। ਇਸ ਰਿਪੋਰਟ 'ਚ ਇੰਗਲੈਂਡ ਨੇ ਖਾਲਿਸਤਾਨ ਸਮਰਥਕਾਂ ਦੇ ਵਾਧੇ ਪ੍ਰਭਾਵ ਤੇ ਵੀ ਚਿੰਤਾ ਜਤਾਈ ਹੈ ਅਤੇ ਕਈ ਹੋਰ ਖੁਲਾਸੇ ਕੀਤੇ। ਦ ਬਲੂਮ ਰਿਵਿਊ ਰਿਪੋਰਟ 'ਚ ਲਿਖਿਆ ਗਿਆ ਕਿ ਖਾਲਿਸਤਾਨੀ ਨਫ਼ਰਤ ਫੈਲਾਉਣ ਲਈ ਯੂਕੇ ਦੇ ਗੁਰਦੁਆਰਿਆਂ ਦਾ ਇਸਤੇਮਾਲ ਕਰ ਰਹੇ ਨੇ ਜਿਨ੍ਹਾਂ ਵੱਲੋਂ ਧਰਮ ਦੇ ਨਾਂ ਤੇ ਪੈਸਾ ਇਕੱਠਾ ਕੀਤਾ ਜਾ ਰਿਹਾ ਹੈ। ਭਾਰਤ ਦੇ ਖਿਲਾਫ ਨਫ਼ਰਤ ਫੈਲਾਉਣ ਲਈ ਸਿੱਖ ਨੌਜਵਾਨਾਂ ਦਾ ਬ੍ਰੇਨ ਵਾਸ਼ ਕੀਤਾ ਜਾਂਦਾ ਹੈ। ਖਾਲਿਸਤਾਨੀ ਯੂਕੇ 'ਚ ਸਿੱਖ ਭਾਈਚਾਰੇ ਨੂੰ ਧਮਕਾ ਰਹੇ ਨੇ ਅਤੇ ਮੁੱਠੀ ਪਰ ਖਾਲਿਸਤਾਨੀ ਹੀ ਨਫ਼ਰਤ ਪੈਦਾ ਕਰਦੇ ਨੇ ਜਦਕਿ ਬਹੁਗਿਣਤੀ ਸਿੱਖ ਆਬਾਦੀ ਅਮਨ ਪਸੰਦ ਹੈ। ਉਧਰ ਇਸ ਰਿਪੋਰਟ ਤੇ ਭਾਜਪਾ ਦਾ ਬਿਆਨ ਸਾਹਮਣੇ ਆਇਆ ਹੈ। ਪਾਰਟੀ ਨੇਤਾ ਹਰਜੀਤ ਗਰੇਵਾਲ ਮੁਤਾਬਕ ਕੁਝ ਲੋਕ ਭਾਰਤ ਅਤੇ ਪੰਜਾਬ ਨੂੰ ਬਦਨਾਮ ਕਰ ਰਹੇ ਨੇ ਅਤੇ ਖਾਲਿਸਤਾਨ ਦੇ ਕੀਤੇ ਜਾ ਰਹੇ ਪ੍ਰਚਾਰ ਤੇ ਰੋਕ ਲੱਗਣੀ ਚਾਹੀਦੀ ਹੈ। ਕਿ ਸਰਕਾਰ ਤੋਂ ਸਹਿਯੋਗ ਲੈਣਾ ਚਾਹੀਦਾ ਔਰ ਉਸ ਨੂੰ ਕਹਿਣਾ ਚਾਹੀਦਾ ਕਿ ਇਸ ਨੂੰ ਰੋਕੋ। ਔਰ ਮੈਂ ਸਮਝਦਾ ਇਹ ਰਿਪੋਰਟ ਜਿਹੜੀ ਖੁਦ ਯੂਕੇ ਸਰਕਾਰ ਦੀ ਬਣਾਈ ਹੋਈ ਕਮੇਟੀ ਨੇ ਤਿਆਰ ਕੀਤੀ ਹੈ ਉਹ ਆਪਣੇ ਆਪ 'ਚ ਹੀ ਇੱਕ ਬੋਲਦੀ ਹੋਈ ਤਸਵੀਰ ਆ। ਜ਼ਿਕਰਯੋਗ ਹੈ ਕਿ ਇੰਗਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਦ ਬਲੂਮ ਰਿਵਿਊ ਕਮਿਸ਼ਨ ਗਠਨ ਕੀਤਾ ਸੀ ਅਤੇ ਖਾਲਿਸਤਾਨ ਬਾਰੇ ਦਿੱਤੀ ਰਿਪੋਰਟ ਤੇ ਕਮਿਸ਼ਨ ਨੇ ਹੁਣ ਮੌਜੂਦਾ ਪੀਐਮ ਰਿਸ਼ੀ ਸੁਨਕ ਨੂੰ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਬਿਊਰੋ ਰਿਪੋਰਟ ਨਿਊਜ਼ 18 ਪੰਜਾਬ। ਤਾਂ ਇਹ ਬਲੂਮ ਰਿਵਿਊ ਦੀ ਰਿਪੋर्ट है जो कमिशन गठित किया गया सी और इस दे नाल बड़े सारे सवाल ने कि द बलूम रिव्यू दी जो रिपोर्ट है उस दे विच कीते खुलासियां दे मायने की ने। की खालिस्तानी कट्टड़पंथियां तो इंग्लैंड भी पीड़ित है, यूके भी पीड़ित है? की खालिस्तानी कट्टड़पंथी धर्म दी आड़ दे विच निजी एजेंडा चला रहे ने? की कुछ लोग ने जिहड़े कट्टड़पंथी ने और पूरी कौम नूं उसे तरीके नाल लिया जा रहा है उन्हां दी वजह नाल की सिख कौम दे विच वंडियां पै रहीआं ने? जो रिपोर्ट दे विच पॉइंट लिखे गए ने कि दूजे धर्मां दे लोग भी जिहड़े ने कट्टड़पंथी बन रहे ने जिसदा जिक्र उस रिपोर्ट दे विच या इशारा उस रिपोर्ट दे विच भी है कि इंग्लैंड दी सरकार हुण कोई इस ते कार्रवाई करेगी। यह भी एक सवाल है कि धार्मिक कट्टड़ता देश दुनिया की सियासत नूं प्रभावित कर रही है कि कट्टड़ता धर्म के मूल आदर्शों के खिलाफ है? बहुत सारे सवाल ने। मेहमान साडे नाल जुड़े ने, उन्हां दी इंट्रोडक्शन करवा दिंदे आ। इन्हां दे नाल असीं नूं अगे वधावांगे। साडे नाल SS चन्नी साहब जुड़े ने बीजेपी तो, साडे नाल हरीश राय टांडा जी जुड़े ने श्रोमणी अकाली दल तो, साडे नाल रणजीत सिंह कुकी गिल जुड़े ने ब्लॉगर ने और अक्सर इन्हां मामलिਆਂ ते अपने विचार रखते ने, लिखते रहंदे ने। और साडे नाल गोपाल सिद्धू जी जुड़े ने प्रधान ने श्रोमणी अकाली दल अमृतसर के चंडीगढ़ यूनिट के। बहुत बहुत स्वागत है जी सारे मेहमानों का। शुरुआत मैं कुकी गिल जी थोड़े तो करूँगा। इस रिपोर्ट बारे किस लिहाज नाल तुसी इस रिपोर्ट नूं देख रहे हो क्योंकि तुसी
ਉਧਰ ਦੀ ਜਿਹੜੀ ਇਸ ਤਰੀਕੇ ਦੀ ਸਿਆਸਤ ਹੈ ਜਾਂ ਇਸ ਤਰੀਕੇ ਦੀਆਂ ਗਤੀਵਿਧੀਆਂ ਨੇ ਉਹਨਾਂ ਨੂੰ ਵੀ ਬੜੀ ਚੰਗੀ ਤਰ੍ਹਾਂ ਸਮਝਦੇ ਹੋ ਤੇ ਇੱਧਰ ਜੋ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਹੁੰਦਾ ਉਸ ਨੂੰ ਵੀ ਬੜੀ ਚੰਗੀ ਤਰ੍ਹਾਂ ਸਮਝਦੇ ਹੋ। ਸੋ ਤੁਹਾਡੇ ਮੁਤਾਬਕ ਇਸ ਰਿਪੋਰਟ ਦੇ ਮਾਇਨੇ ਕੀ ਨੇ? ਹਾਂ ਵਿਜੇ, ਇਹਦਾ ਜਿਹੜਾ ਮੇਨ ਮਕਸਦ ਆ ਨਾ ਰਿਪੋਰਟ ਦਾ ਜੀ, ਉਹ ਤਾਂ ਇੰਡੀਅਨ ਗਵਰਨਮੈਂਟ ਦਾ ਬਹੁਤ ਚਿਰ ਤੋਂ ਪ੍ਰੈਸ਼ਰ ਪੈ ਰਿਹਾ ਸੀ ਕਿ ਜਿਹੜੇ ਇੱਥੇ ਵਾਸੀਫੋਰਸ ਗਰੁੱਪਸ ਨੇ ਐਂਟੀ ਇੰਡੀਆ ਜੀ, ਉਹਨਾਂ ਕੋਈ ਨਾ ਕੋਈ ਕਿਸੇ ਤਰ੍ਹਾਂ ਦੀ ਉਹਨਾਂ ਤੇ ਪਾਬੰਦ ਲੱਗੇ ਜਾਂ ਉਹਨਾਂ ਨੂੰ ਰਿਸਟ੍ਰਿਕਟ ਕੀਤਾ ਜਾਵੇ ਐਕਟੀਵਿਟੀਜ਼ ਤੋਂ, ਕਿਉਂਕਿ ਉਹਦੇ ਨਾਲ ਭਾਰਤ ਦੇ ਅੰਦਰ ਜਿਹੜੀ ਇੱਥੇ ਪੋਲਰਾਈਜੇਸ਼ਨ ਹੁੰਦੀ ਆ वो एक गंभीर मसला हैगा। मैं एक लाइन कहना चाहना कि मंजिलों की चाह लेकर रास्तों में कैद हैं हम, तो एक फरियाद लेकर रास्तों में कैद हैं। क्योंकि जी ब्लूम रिपोर्ट है ना जी, इन्हें बड़े सीरियस क्वेश्चंस उठाए। इससे तरह कैनेडियन गवर्नमेंट भी अपना इंटरनल रिव्यू कर रही है कि ਜਿਹੜੀ ਇਸੇ ਤਰ੍ਹਾਂ ਦਾ ਵੋਸੀਫੋਰਸ ਸਿੱਖ ਐਲੀਮੈਂਟਸ ਨੇ ਉਹਨਾਂ ਨਾਲ ਜਿਹੜੀ ਪਿਕਚਰ ਤੇ ਪ੍ਰੈਜੈਂਟੇਸ਼ਨ ਕੀਤੀ ਜਾ ਰਹੀ ਹੈ ਸਿੱਖ ਕੌਮ ਦੀ, ਉਹ ਸਾਡੀ ਇਮੇਜ ਨਹੀਂ ਹੈਗੀ, ਸਾਡੇ ਬੇਸਿਕ ਟੈਨੈਟਸ ਦੇ ਨਾਲ ਉਹ ਨਹੀਂ ਮੈਚ ਕਰਦੀ ਜੀ। ਸਾਡੇ ਬੇਸਿਕ ਟੈਨੈਟਸ ਦੇ ਵਿੱਚ ਕਿਤੇ ਇਸ ਤਰ੍ਹਾਂ ਦੇ ਸ਼ੀਸ਼ੇ ਤੋੜਨੇ, ਝੰਡੇ ਲਾਉਣੇ, ਪਾੜਨੇ, ਉਹ ਨਹੀਂ ਹੈ। ਸਾਡੇ 'ਚ ਇੱਕ ਬੜੀ ਸੈਕੂਲਰ ਅਪਰੋਚ ਆ ਸਿੱਖ ਕੌਮ ਦੇ ਵਿੱਚ। ਸਿੱਖ ਕੌਮ ਦਾ ਫਲਸਫਾ ਬਰਨਾਰਡ ਰਸਲ ਹੁਣੀ ਤਾਂ ਐਕਸੈਪਟ ਕਰਦੇ ਸੀ, ਭਾਵੇਂ ਉਹਨੇ ਵਰਲਡ ਵਾਰ ਵੇਲੇ ਇੱਕ ਪੈਸੀਫਿਸਟ ਹੋਣ ਕਰਕੇ ਵੀ ਉਹਨੇ ਫਰਾਂਸ ਦੀਆਂ ਜੇਲਾਂ ਕੱਟੀਆਂ ਨੇ ਜੀ, ਪਰ ਉਹਦੀਆਂ ਲਿਖਤਾਂ ਅੱਜ ਵੀ ਮਤਲਬ ਕਿ ਸਟੇਟਸ ਨੂੰ ਗਾਈਡ ਕਰਦੀਆਂ ਨੇ। ਜਿਹੜੀ ਇਹ ਰਿਪੋਰਟ ਆ ਕੋਲਿਨ ਬਲੂਮ ਨੇ ਬਣਾਈ ਆ, ਇਹ यूके गवर्नमेंट वालों अपॉइंटेड हैगा, जिहड़ा कि फेथ ग्रुप्स बारे एक रिपोर्ट्स जां उन्हां दी ऑर्गेनाइजेशंस बारे निगरान आ। ठीक है। इन्हां नूं 2019 दे विच बोरिस जॉनसन जो प्राइम मिनिस्टर सी उस टाइम ते उन्हां ने ऑथराइज कीता सी कि जिहड़ी आह इस तरह दे रौले पै रहे आ सिख कम्यूनिटीज, इसे तरह हिंदू नैशनलिज्म बारे ਉਹ ਚੀਜ਼ਾਂ ਇਸੇ ਤਰ੍ਹਾਂ ਮੁਸਲਿਮਸ ਦੇ ਵਿੱਚ ਵੀ ਐਕਸਟ੍ਰੀਮਿਸਟ ਗਰੁੱਪ ਹੈਗਾ। ਠੀਕ ਹੈ। ਜਿਹਦੇ ਆਪਾਂ ਦੇਖਿਆ ਕਿ ਬਹੁਤ ਮਤਲਬ ਕਿ ਬਹੁਤੇ ਤਾਂ ਨਹੀਂ, ਕੁਛ ਲੋਕ ਉੱਠ ਕੇ ਜਾ ਕੇ IS ਨਾਲ ਜਾ ਕੇ ਰਲ ਗਏ ਸੀ, ਜਿਹੜਾ ਇਸਲਾਮਿਕ ਫਰੰਟ ਬਣਿਆ ਸੀ, ਜਿਹਦੀ ਬਰੂਟੈਲਿਟੀ ਸਾਰਾ ਵਰਲਡ ਜਾਣਦਾ। ਠੀਕ ਹੈ। ਹੁਣ ਉਹ ਸੀਰੀਆ 'ਚ ਫਸੇ ਹੋਏ ਨੇ ਬੱਚੇ, ਕੁਛ ਉਹਨਾਂ 'ਚ ਔਰਤਾਂ ਵੀ ਨੇ। ਹੁਣ ਉਹ ਫਰਿਆਦ ਲੈ ਰਹੇ ਨੇ ਕਿ ਸਾਨੂੰ ਵਾਪਸ ਲੈ ਕੇ ਆਇਆ ਜਾਵੇ, ਜਦਕਿ ਉਹ ਪਹਿਲੇ ਅਨਾਉਂਸ ਕਰ ਚੁੱਕੇ ਸੀ ਆਪਣੀ ਬ੍ਰਿਟਿਸ਼ ਸਿਟੀਜ਼ਨਸ਼ਿਪ। ਉਹਨਾਂ ਨੇ ਕਿਹਾ ਸੀ ਕਿ ਇਹਦੇ ਤੇ ਪ੍ਰਾਈਮ ਮਿਨਿਸਟਰ ਨੇ ਕਿਹਾ ਸੀ ਕਿ ਸਟੱਡੀ ਕੀਤੀ ਜਾਵੇ ਤਾਂ ਕਿ ਇਹਦੇ ਤੇ ਗਵਰਨਮੈਂਟ ਵਿਚਾਰ ਕਰ ਸਕੇ। ਠੀਕ ਹੈ। ਉਹਨਾਂ ਨੇ 3 ਪੁਆਇੰਟਸ ਲੈ ਕੇ ਰਿਵਿਊ ਕੀਤਾ, ਅੱਡ ਥਾਵਾਂ ਤੇ ਗਏ ਨੇ ਉਹ, ਕਿਉਂਕਿ ਬ੍ਰਿਟਿਸ਼ ਦੇ ਵਿੱਚ ਬਹੁਤ ਵੱਡੀ ਸਿੱਖ ਪਾਪੂਲੇਸ਼ਨ ਆ ਤੇ ਬਹੁਤ ਲੰਮੇ ਸਮੇਂ ਤੋਂ ਉੱਥੋਂ ਦੇ ਵਸਨੀਕ ਨੇ ਜੀ, ਅਹਿਮ ਅਹੁਦਿਆਂ ਤੇ ਵੀ ਨੇ। ਹੁਣ ਜਦੋਂ ਪ੍ਰਿੰਸ ਚਾਰਲਸ ਨੇ ਕਿੰਗ ਬਣਨਾ, ਉਹਦੀ ਕੋਰੋਨੇਸ਼ਨ ਹੋਣੀ ਆ, ਤੇ 5 ਬੰਦਿਆਂ ਦੇ ਵਿੱਚ ਲਾਰਡ ਇੰਦਰਜੀਤ ਨੇ ਜਿਹੜੇ ਕਿ ਸਿੱਖਾਂ ਦਾ ਇੱਕ ਰੈਪਰੈਜ਼ੈਂਟੇਟਿਵ ਚਿਹਰਾ ਹੈਗਾ। ਠੀਕ ਹੈ, ਬਿਲਕੁਲ ਠੀਕ ਹੈ। ਪਰ ਇਸ ਤਰ੍ਹਾਂ ਦੇ ਚਿਹਰਿਆਂ ਨੂੰ ਅੱਜ ਕੁਛ ਜਿਹੜਾ ਫ੍ਰਿੰਜ ਐਲੀਮੈਂਟਸ ਆ ਵਾਸੀਫੋਰਸ, ਉਹਨਾਂ ਦੇ ਇੱਕ ਬੜੇ ਏਜੰਡੇ ਨੇ, ਪਰ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਉਹਨਾਂ ਦਾ ਸਿੱਖ ਕੌਮ ਦੀ ਬਿਹਤਰੀ ਲਈ ਕੋਈ ਏਜੰਡਾ ਨਹੀਂ ਹੈਗਾ। ਇੱਕ ਨਿਊ ਸੈਂਸ ਵੈਲਿਊ ਆ, ਉਹ ਨਿਊ ਸੈਂਸ ਵੈਲਿਊ ਲਈ ਇਹਨਾਂ ਨੇ ਲਾਰਡ ਇੰਦਰਜੀਤ ਹੁਣਾਂ ਵਰਗਿਆਂ ਨੂੰ ਵੀ ਟਾਰਗੇਟ ਕੀਤਾ। ਠੀਕ ਹੈ। ਇਸ ਤਰ੍ਹਾਂ ਦੇ ਹੋਰ ਵੀ ਨਾਮੀ ਸਿੱਖਸ ਜਿਹੜੇ ਬ੍ਰਿਟਿਸ਼ ਦੇ ਵਿੱਚ ਸੈਟਲ ਨੇ, ਰਿਸਪੈਕਟੇਬਲ ਪੋਜੀਸ਼ਨਸ ਨੇ, ਉਹਨਾਂ ਨੂੰ ਵੀ ਟਾਰਗੇਟ ਕੀਤਾ ਇਸ ਗਰੁੱਪ ਨੇ। ਕਿਉਂਕਿ ਇਸ ਗਰੁੱਪ ਵਿੱਚ ਜੋ ਪ੍ਰਗਟਾਵਾ ਹੋ ਰਿਹਾ ਉਹ ਅਗਿਆਨਤਾ ਦਾ ਪ੍ਰਗਟਾਵਾ ਹੋ ਰਿਹਾ। ਇੱਕ ਸਿਵਲਾਈਜ਼ਡ ਨੇਸ਼ਨਸ ਦੇ ਵਿੱਚ ਵੀ ਇਹਨਾਂ ਨੇ ਸਿਵਲਾਈਜ਼ਡ ਵੇਸ ਨਾਲ ਜੀਣਾ ਸਿੱਖਿਆ ਹੀ। They have not learned
the value of life and the meaning of life. ਠੀਕ ਹੈ ਇਹ ਮੋٹے ਤੌਰ ਤੇ ਠੀਕ ਹੈ। ਇਹ ਮੈਂ ਆ ਰਿਹਾ ਕੁੱਕੀ ਜੀ ਤੁਹਾਡੇ ਕੋਲ ਦੁਬਾਰਾ। ਇਹ ਮੋٹے ਤੌਰ ਤੇ ਉਸ ਰਿਪੋਰਟ ਦਾ ਸਾਰ ਹੈ ਜਿਹੜਾ ਕੁੱਕੀ ਗਿੱਲ ਜੀ ਦੱਸ ਰਹੇ ਨੇ। ਸਾਡੇ ਨਾਲ ਗੋਪਾਲ ਸਿੱਧੂ ਜੀ ਬੈਠੇ ਨੇ। ਮੈਂ ਤੁਹਾਡਾ ਪ੍ਰਤੀਕਰਮ ਚਾਹੂੰਗਾ ਗੋਪਾਲ ਜੀ ਕਿ ਜਿਸ ਤਰੀਕੇ ਨਾਲ ਕੁਝ ਫ੍ਰਿੰਜ ਐਲੀਮੈਂਟਸ ਦਾ ਜ਼ਿਕਰ ਕੀਤਾ ਉਹਨਾਂ ਨੇ ਰਿਪੋਰਟ ਦੇ ਵਿੱਚ, ਉਹ ਸਿਰਫ ਸਿੱਖ ਨਹੀਂ, ਉਹ ਹਿੰਦੂਇਜ਼ਮ ਦੇ ਵਿੱਚ ਵੀ ਤੇ ਮੁਸਲਿਮ ਦੇ ਵਿੱਚ ਵੀ, ਉਹਨਾਂ 'ਚ ਵੀ ਕੀਤਾ ਕਿ ਕੁਝ ਲੋਕ ਪੂਰੀ ਕਮਿਊਨਿਟੀ ਨੂੰ ਇਸ ਤਰੀਕੇ ਨਾਲ ਹੋ ਹੱਲਾ ਕਰਕੇ ਖਰਾਬ ਕਰਦੇ ਔਰ ਇਹਨਾਂ ਤੇ ਐਕਸ਼ਨ ਹੋਣਾ ਚਾਹੀਦਾ। ਕਾਰਵਾਈ ਮੰਗੀ ਆ ਮੌਜੂਦਾ ਪ੍ਰਾਈਮ ਮਿਨਿਸਟਰ ਤੋਂ। ਦੇਖੋ ਜੀ ਬਰਾੜ ਸਾਹਿਬ, ਮੈਂ ਆਪ ਜੀ ਦੇ ਚੈਨਲ ਦਾ, ਸਮੁੱਚੀ ਟੀਮ ਦਾ ਤੇ ਸਾਡੇ ਨਾਲ ਸਾਥੀ ਜੁੜਨ ਵਾਲੇ ਵੱਖ-ਵੱਖ ਪਾਰਟੀਆਂ ਦੇ ਸਾਨੂੰ ਦੇਖਣ ਤੇ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ਜੀ। ਜਿਹੜੀ ਇਹ ਰਿਪੋਰਟ ਦੀ ਗੱਲ ਕਰਦੇ ਨੇ ਜੀ, ਇਹ ਯੂਕੇ ਦੇ ਵਿੱਚ ਹੋਈ ਹੈ ਜੀ। ਹਰ ਕੰਟਰੀ ਦੇ ਵਿੱਚ ਕਮਿਸ਼ਨ ਬਣਦੇ ਨੇ, ਉਹਦੀਆਂ ਰਿਪੋਰਟਾਂ ਜਨਤਕ ਵੀ ਹੁੰਦੀਆਂ ਨੇ, ਸੀਕ੍ਰੇਟ ਵੀ ਰੱਖੀਆਂ ਜਾਂਦੀਆਂ ਨੇ। ਹਰ ਕੰਟਰੀ ਦੇ ਵਿੱਚ ਇਹ ਹੁੰਦਾ। ਜਿਸ ਤਰੀਕੇ ਦੇ ਨਾਲ ਇੰਡੀਅਨ ਗਵਰਨਮੈਂਟ ਨੇ, ਇੰਡੀਅਨ ਮੀਡੀਆ ਨੇ, ਗੁੱਸਾ ਨਾ ਕਰਿਓ ਆਪ ਜੀ, ਮੈਂ ਕਹਿੰਦਾ ਜਦੋਂ ਸ਼ੁਰੂਆਤੀ ਹੋ ਗਈ ਹੈ, ਜਿਸ ਤਰੀਕੇ ਦੇ ਨਾਲ ਸਿੱਖਾਂ ਨੂੰ ਇਸ ਤਰੀਕੇ ਦੇ ਨਾਲ, ਜਿਵੇਂ ਕੁੱਕੀ ਸਾਹਿਬ ਨੇ ਗੱਲ ਕੀਤੀ ਹੈ ਇਸਲਾਮਿਕ, ਜਿਵੇਂ ਕਿ ਤੁਸੀਂ ਆਪ ਜੀ ਕਹਿ ਰਹੇ ਹੋ, ਠੀਕ ਹੈ, ਇਸਲਾਮਿਕ ਸਟੇਟ ਦੀ ਗੱਲ ਕਰਦੇ ਨੇ। ਉਸਾਮਾ ਬਿਨ ਲਾਦਨ, ਕਈ ਤਰ੍ਹਾਂ ਦੇ ਮੁਸਲਿਮ ਦੇ ਵਿੱਚ ਇੱਦਾਂ ਦੀਆਂ ਜਥੇਬੰਦੀਆਂ ਹੈਗੀਆਂ ਨੇ ਜਿਨ੍ਹਾਂ ਦੇ ਉੱਤੇ ਹਰ ਕੰਟਰੀਆਂ ਦੇ ਵਿੱਚ ਪਾਬੰਦੀਆਂ ਲੱਗੀਆਂ ਹੋਈਆਂ ਨੇ। ਠੀਕ ਹੈ, ਪਰ ਸਿੱਖਾਂ ਨੂੰ ਇਸ ਤਰੀਕੇ ਦੇ ਨਾਲ ਇੰਡੀਅਨ ਗਵਰਨਮੈਂਟ ਨੇ ਬਦਨਾਮ ਕਰਨਾ, ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਜੀ। ਮੈਨੂੰ ਇੰਡੀਅਨ ਗਵਰਨਮੈਂਟ ਸਰਕਾਰ ਉੱਤੇ ਵੀ 75 ਸਾਲ ਹੋ ਗਏ ਨੇ ਕਹਿੰਦੇ ਆਜ਼ਾਦੀ ਮਿਲੀ ਨੂੰ ਆਪ ਜੀ ਨੂੰ, ਤੁਸੀਂ ਅਜੇ ਵੀ ਅੰਗਰੇਜ਼ਾਂ ਦੇ ਗੁਲਾਮ ਹੋ। ਜੋ ਉੱਥੇ ਗੱਲ ਕਹਿੰਦੇ ਨੇ ਉੱਥੇ ਨਹੀਂ, ਪਰ ਗੋਪਾਲ ਜੀ ਜਿਸ ਤਰੀਕੇ ਦੀਆਂ ਵੀਡੀਓ ਸਾਹਮਣੇ ਪਿਛਲੇ ਦਿਨਾਂ ਦੇ ਵਿੱਚ ਆਈਆਂ, ਇੰਡੀਅਨ ਐਮਬੈਸੀ ਤੇ ਉੱਥੇ ਸ਼ੀਸ਼ੇ ਤੋੜੇ ਜਾਂ ਝੰਡੇ ਲਾਤੇ, ਕੀ ਤੁਹਾਨੂੰ ਲੱਗਦਾ ਨਹੀਂ ਕਿ ਉਹ ਚੀਜ਼ ਤੁਹਾਡੀ ਇਮੇਜ ਨੂੰ ਪ੍ਰਭਾਵਿਤ ਕਰਦੀ? ਜਿਹੜੀ ਚੀਜ਼ ਜਦੋਂ ਆਪਾਂ ਮੌਕਾ ਦਿੰਨੇ ਆ ਉਸ ਤੋਂ ਬਾਅਦ ਹੀ ਹੁੰਦਾ ਨਾ। ਮੈਂ ਰਿਕੁਐਸਟ ਕਰਦਾ ਜੀ, ਸ਼ਾਂਤੀਪੂਰਵਕ ਪ੍ਰੋਟੈਸਟ ਕਰਨੇ, ਆਪਣੀ ਮੰਗ ਰੱਖਣੀ, ਗੱਲ ਰੱਖਣੀ, ਚਾਹੇ ਉਹ ਆਜ਼ਾਦੀ ਦੀ ਹੋਵੇ, ਚਾਹੇ ਫੈਡਰਲਿਜ਼ਮ ਦੀ ਹੋਵੇ, ਚਾਹੇ ਮਨੁੱਖੀ ਅਧਿਕਾਰਾਂ ਦੀ ਹੋਵੇ। ਹਰ ਕੰਟਰੀ ਦਾ ਕਾਨੂੰਨ, ਇਹ ਤਾਂ ਸਾਡੇ ਤੋਂ ਐਡਵਾਂਸ ਕੰਟਰੀਆਂ ਨੇ, ਇੰਗਲੈਂਡ ਹੋਵੇ, ਜਰਮਨੀ ਹੋਵੇ, ਅਮਰੀਕਾ ਹੋਵੇ, ਜੋ ਹੈ ਨੇ, ਇਹ ਤਾਂ 500 450 500 ਸਾਲ ਤੋਂ ਇਹਨਾਂ ਦੇ ਐਕਟ ਕਾਨੂੰਨ ਬਣੇ ਹੋਏ ਨੇ। ਸਾਡੇ ਇੰਡੀਅਨ ਤਾਂ ਅਸੀਂ ਤਾਂ ਲੈ ਕੇ ਹੀ ਉੱਥੋਂ ਆਏ, ਸਾਡੇ ਕੋਲ ਤਾਂ ਕਾਨੂੰਨ ਹੀ ਉਹ ਲੈ ਕੇ ਆਏ ਸੀਗੇ। ਗੱਲ ਇਹ ਆ ਵੀ ਸਾਡੀ ਜਿਹੜੀ ਸਰਕਾਰ ਨੇ ਇਹ ਤਰੀਕਾ ਵਰਤਿਆ ਵੀ ਕਿਉਂ ਨਾ ਸਿੱਖਾਂ ਨੂੰ ਬਾਹਰਲੇ ਦੇਸ਼ਾਂ ਦੇ ਵਿੱਚ ਬਦਨਾਮ ਕੀਤਾ ਜਾਵੇ। ਇੰਡੀਅਨ ਏਜੰਸੀਆਂ, ਸਰਕਾਰਾਂ, ਇੰਡੀਅਨ ਏਜੰਸੀਆਂ ਬਹੁਤ ਨੇ, ਅਰਬਾਂ ਰੁਪਈਏ ਬਾਹਰ ਕੰਟਰੀਆਂ ਦੇ ਉੱਤੇ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਇਹ ਸਾਰਾ ਉੱਥੇ ਲੱਗ ਰਿਹਾ, ਸਾਰੇ ਦਾ ਸਾਰਾ। ਇਹ ਬੜਾ ਮੰਦਭਾਗਾ ਹੈ। ਇੰਡੀਅਨ ਸਰਕਾਰ ਜਿਹੜੀ ਇਹ ਗੱਲ ਕਹਿੰਦੇ ਨੇ, ਉਹ ਤਾਂ ਹੁਣ ਚੱਕ ਲਈ ਹੈ ਸਰਕਾਰ ਨੇ ਵੀ, ਉੱਥੇ ਦੀ ਯੂਕੇ ਦੀ ਗਵਰਨਮੈਂਟ ਨੇ ਇਦਾਂ ਕਰ ਦਿੱਤਾ। ਸਾਡੇ ਲਈ ਰਿਕੁਐਸਟ, ਮੇਰੀ ਰਿਕੁਐਸਟ ਸੁਣੋ ਜੀ, ਸਾਡੇ ਨਾਲ ਜਦੋਂ ਅੰਗਰੇਜ਼ ਉਰੋਂ ਆਇਆ ਸਾਰੇ ਹਿੰਦੁਸਤਾਨ ਦੇ ਉੱਤੇ ਕਬਜ਼ਾ ਕਰਨ ਤੋਂ ਬਾਅਦ, ਜਦੋਂ ਜਦੋਂ ਇੱਥੇ ਪੰਜਾਬ ਦੇ ਉੱਤੇ ਹੈ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਜਦੋਂ ਇਹਨਾਂ ਨੇ ਸਰਕਾਰ ਨੇ ਬਿਲਕੁਲ ਆਪਣੇ ਕਲਾਵੇ ਵਿੱਚ ਲੈ ਲਿਆ, ਮਹਾਰਾਜਾ ਦਲੀਪ ਸਿੰਘ ਦੇ ਉੱਤੋਂ 11 ਸਾਲ ਦੇ ਬੱਚੇ ਤੋਂ ਇੱਕ ਇਹਨਾਂ ਨੇ MOU, ਇੱਕ ਐਗਰੀਮੈਂਟ ਕੀਤਾ ਗਿਆ ਵੀ ਤੁਸੀਂ ਜਦੋਂ ਬਾਲਗ ਹੋ ਜਾਓਗੇ 25 ਸਾਲ ਤੋਂ ਬਾਅਦ ਤੁਹਾਨੂੰ ਇਹ ਰਾਜ ਭਾਗ, ਕੋਹੀਨੂਰ, ਹੀਰਾ ਸਾਰਾ ਦੇ ਦੇਵਾਂਗੇ ਜੀ। 1949 ਦੀ ਟ੍ਰੀਟੀ ਹੈ, ਇਹਨੂੰ ਜੋ ਮਰਜ਼ੀ ਜਿੱਥੇ ਮਰਜ਼ੀ ਪੜ੍ਹ ਲਓ। ਸਾਡੇ ਨੇ ਨਾਲ ਵਿਸ਼ਵਾਸ ਕੀਤਾ, ਘਾਤ ਕੀਤਾ ਅੰਗਰੇਜ਼ ਨੇ। ਸਾਡਾ ਕੰਟਰੀ ਸੀ, ਸਾਡਾ ਰਾਜ ਭਾਗ ਸੀਗਾ, ਉਹ ਸਾਡੇ ਨਾਲ ਹੜੱਪ ਲਿਆ। ਉਸ ਤੋਂ ਬਾਅਦ ਆਜ਼ਾਦੀ ਦੀ ਲੜਾਈ ਸ਼ੁਰੂ ਹੁੰਦੀ ਹੈ ਬਾਬਾ ਮਹਾਰਾਜ ਸਿੰਘ ਤੋਂ, ਸਾਰਾ ਕੁਝ। ਉਸ ਤੋਂ ਬਾਅਦ ਨਹਿਰੂ ਗਾਂਧੀ ਜੀ ਵੀ ਹੋਰੀ ਵਿੱਚ ਆ ਗਏ। ਸਾਡੀ ਜਿਹੜੀ ਲੜਾਈ ਸੀ ਸਿੱਖਾਂ ਦੀ, ਜੇ ਕਿਤੇ ਜਿਵੇਂ ਹੁਣ ਕੁਰਬਾਨੀਆਂ ਹੋਈਆਂ, ਕਾਲੇ ਪਾਣੀ ਦੇ ਜੇਲ੍ਹਾਂ ਵੀ ਹੋਈਆਂ, ਸਾਰਾ ਕੁਝ ਹੋਇਆ। ਜੇ ਕਿਤੇ ਹਿੰਦੁਸਤਾਨ ਦੀ ਲੜਾਈ ਅੰਗਰੇਜ਼ ਦੇ ਨਾਲ ਹੁੰਦੀ ਤਾਂ ਕੁਰਬਾਨੀਆਂ ਹਿੰਦੁਸਤਾਨ ਦੇ ਵਿੱਚ ਉਨੀ ਹੁੰਦੀਆਂ ਜਿੰਨੇ ਪੰਜਾਬ ਤੋਂ ਹੋਈਆਂ ਨੇ। ਇਹ ਉਦੋਂ ਬਾਅਦ ਦੇ ਵਿੱਚ ਇਹ ਜਿਹੜੀ ਲੜਾਈ ਸੀ ਨਹਿਰੂ ਤੇ ਗਾਂਧੀ ਜੀ ਨੇ, ਇਹ ਆਪਣੀ ਹਿੰਦੁਸਤਾਨ ਦੀ ਬਣਾ ਦਿੱਤੀ। ਜਿਹੜੀ ਸਿੱਖਾਂ ਦੀ ਸੀ ਉਹ ਇਹਦੇ ਵਿੱਚ ਵਿੱਚ ਹੀ ਰੁਲ ਕੇ ਰਹਿ ਗਈ। ਇਹ ਸਾਡੇ ਨਾਲ ਵੱਡਾ ਤੇ ਛੋਟਾ ਭਰਾ ਕਰਕੇ ਇਹਨਾਂ ਨੇ ਆਜ਼ਾਦੀ ਲਈ ਸੀ। ਜੇ ਉਹ ਆਜ਼ਾਦੀ ਲਈ ਸੀਗੀ, ਸਾਨੂੰ ਕਹਿੰਦੇ ਵੀ ਹੁਣ ਤੁਸੀਂ ਅੰਗਰੇਜ਼ ਸਰਕਾਰ ਨੇ ਸਾਡੇ ਨਾਲ ਵੀ ਧੋਖਾ ਕੀਤਾ, ਹੁਣ ਸਰਕਾਰ ਉਹਨਾਂ ਦੀ ਗੁਣ ਉਸ ਤਰੀਕੇ ਨਾਲ ਗਾਉਂਦੀ ਹੈ। ਜਦੋਂ ਬਾਹਰਲੀਆਂ ਕੰਟਰੀਆਂ ਦੇ ਵਿੱਚ, ਹਰ ਕੰਟਰੀ ਦੇ ਵਿੱਚ ਜੇ ਇਹਨਾਂ ਦੀ ਰਿਪੋਰਟ ਹੋਰ ਕਹਿੰਦੀ ਹੈ ਕਿਸੇ ਹੋਰ ਕੰਟਰੀ ਦੀ, ਇਹ ਵੀ ਕਹਿ ਦੂ ਕਿਤੇ ਹੱਕ 'ਚ ਵੀ ਜਾਊਗੀ। ਇਸ ਤਰੀਕੇ ਦੇ ਨਾਲ ਸਿੱਖਾਂ ਨੂੰ ਬਦਨਾਮ ਕਰਨਾ ਇੰਡੀਅਨ ਸਰਕਾਰ ਦਾ ਇਹ ਬਹੁਤ ਵੱਡਾ। ਠੀਕ ਹੈ, ਮੈਂ ਚੰਨੀ ਸਾਹਿਬ ਤੋਂ ਇਸ ਤੇ ਕਮੈਂਟ ਚਾਹੂੰਗਾ। ਜਿਹੜੀ ਗੱਲ ਗੋਪਾਲ ਜੀ ਕਹਿ ਰਹੇ ਨੇ ਜਾਂ ਜਿਸ ਤਰੀਕੇ ਨਾਲ ਐਲੈਬੋਰੇਟ ਇਸ ਨੂੰ ਪਹਿਲਾਂ ਆਪਣਾ ਕੁੱਕੀ ਗਿੱਲ ਹੋਰਾਂ ਨੇ ਕੀਤਾ ਹੈ, ਕਿਵੇਂ ਚੰਨੀ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਇਸ ਜੀ? ਇੱਕ ਮਿੰਟ ਮੈਨੂੰ ਜੀ, ਹਾਂਜੀ, ਅੱਛਾ ਠੀਕ ਹੈ ਚੰਨੀ ਸਾਹਿਬ, ਕੁੱਕੀ ਜੀ ਕੁਝ ਐਡ ਕਰਨਾ ਚਾਹ ਰਹੇ ਆ, ਫਿਰ ਮੈਂ ਤੁਹਾਡੇ ਜੀ ਕੁੱਕੀ ਜੀ ਜਿਹੜੇ ਕਹਿ ਰਹੇ ਆ ਕਿ ਸਿੱਖਾਂ ਨੂੰ ਬਦਨਾਮ ਕਰਨਾ, ਪੀਸਫੁਲ ਕਹਿ ਰਹੇ ਆ,
ਜੀ ਕੀ ਇਹ ਪੀਸਫੁਲ ਆ ਜਿਸ ਤਰ੍ਹਾਂ ਦੀ ਲੰਡਨ ਦੇ ਵਿੱਚ ਪ੍ਰੋਟੈਸਟ ਹੋਇਆ ਤੇ ਜਿਵੇਂ ਸੈਨ ਫਰਾਂਸਿਸਕੋ ਮੈਂ ਉਸੇ ਦਾ ਜ਼ਿਕਰ ਕਰ ਰਿਹਾ ਸੀ ਜੀ। ਤੇ ਜਿਵੇਂ ਵਾਸ਼ਿੰਗਟਨ ਡੀਸੀ ਚ ਹੋਇਆ। ਜਿਹੜੀ ਕੋਲਿਨ ਬਲੂਮ ਦੀ ਰਿਪੋਰਟ ਆ ਨਾ, ਉਹਨਾਂ ਨੇ ਤਾਂ ਇੱਕ ਡਾਇਲੌਗ ਨੂੰ ਆਰੰਭਣ ਦੀ ਕੋਸ਼ਿਸ਼ ਕੀਤੀ ਆ, not to malign the Sikh community। ਉਹਨਾਂ ਨੇ ਡਿਫਰੈਂਸ਼ੀਏਟ ਕੀਤਾ ਕਿ who are the ਮਤਲਬ ਕਿ ਟਰਬਲ ਰਾਊਜ਼ਰਸ, ਠੀਕ ਹੈ, ਕਿਹੜੇ ਨਿਊਸੈਂਸ ਵੈਲਿਊਜ਼ ਵਾਲੇ ਸਾਡੇ ਵਿੱਚ ਸਿੱਖ ਕੌਮ ਵਿੱਚ ਮੌਜੂਦ ਨੇ। ਜਿਸ ਤਰ੍ਹਾਂ ਦਾ ਉਹਨਾਂ ਨੇ ਮੁਜ਼ਾਹਰਾ 26 ਜਨਵਰੀ ਡਿਊਰਿੰਗ ਦਾ ਕਿਸਾਨ ਪ੍ਰੋਟੈਸਟ ਕੀਤਾ, ਉਸ ਤਰ੍ਹਾਂ ਦਾ ਵਰਤਾਰਾ ਹੈਗਾ ਵਿਚ ਇਜ਼ ਟੋਟਲੀ ਅਨਅਸੈਪਟੇਬਲ। ਇਹ ਸਾਡੇ ਸਿੱਖ ਸਟਰਗਲ ਨੂੰ ਬਿਲਕੁਲ ਮਲਾਈਨ ਕਰ ਰਹੇ ਨੇ, ਸਿੱਖ ਕੌਮ ਨੂੰ ਮਲਾਈਨ ਕਰ ਰਹੇ ਨੇ। ਜਿਸ ਤਰ੍ਹਾਂ ਦੀਆਂ ਝੂਠੀਆਂ ਚਿੱਠੀਆਂ ਸਿਮਰਨਜੀਤ ਮਾਨ ਲਿਖ ਕੇ ਦੇ ਰਿਹਾ, ਇਟ ਇਜ਼ ਮਲਾਈਨਿੰਗ ਦਾ ਹੋਲ ਸਿੱਖ ਕਮਿਊਨਿਟੀ ਫॉर ਪੈਟੀ ਮੋਨਿਟਰੀ ਗੇਨਸ। ਜੀ ਠੀਕ ਹੈ। ਮੈਂ ਚੰਨੀ ਸਾਹਿਬ ਤੋਂ ਇੱਕ ਕਮੈਂਟ ਲੈ ਲਾਂ, ਫਿਰ ਤੁਹਾਡੇ ਕੋਲ। ਚੰਨੀ ਸਾਹਿਬ, ਚੰਨੀ ਸਾਹਿਬ ਤੁਹਾਡਾ ਸ਼ਾਇਦ ਮਿਊਟ ਕੀਤਾ ਹੋਇਆ ਹੈ, ਤੁਸੀਂ ਅਨਮਿਊਟ ਕਰਿਓ। ਜੀ ਚਲੋ, ਮੈਂ ਉਦੋਂ ਤੱਕ ਟਾਡਾ ਸਾਹਿਬ ਤੋਂ ਟਾਡਾ ਸਾਹਿਬ ਦਾ ਪ੍ਰਤੀਕਰਮ ਲੈਣਾ। ਤੁਸੀਂ ਤੁਹਾਡੀ ਤੋਂ ਕੁਝ ਆਡੀਓ ਪ੍ਰੋਬਲਮ ਹੈ ਚੰਨੀ ਸਾਹਿਬ, ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੋ ਪਲੀਜ਼। ਟਾਡਾ ਜੀ। ਵਿਜੇ ਜੀ, ਜੋ ਕੁੱਕੀ ਜੀ ਨੇ ਕਿਹਾ ਉਹ 100% ਕਰੈਕਟ ਹੈ। ਇਹ ਲੋਕਾਂ ਨੂੰ ਇੰਗਲੈਂਡ ਦੀ ਗਵਰਨਮੈਂਟ ਦੀ ਵਰਕਿੰਗ ਬਾਰੇ ਅਹਿਸਾਸ ਹੀ ਹੈ ਨਹੀਂ। ਉਹ ਗਵਰਨਮੈਂਟ ਹਿੰਦੁਸਤਾਨ ਵਾਂਗੋਂ ਗੱਲਾਂ ਇਸ਼ੂਜ਼ ਪਿੱਛੇ ਧੱਕਣ ਲਈ ਕਮਿਸ਼ਨਸ ਨਹੀਂ ਬਿਠਾਉਂਦੇ। ਠੀਕ ਹੈ, ਹਰ ਇਸ਼ੂ ਤੇ ਉਹ ਕਮਿਸ਼ਨ ਬਿਠਾਉਂਦੇ ਆ ਜੋ ਉਹਨਾਂ ਨੂੰ ਲੱਗਦੀ ਹੈ ਕਿ ਨੈਸ਼ਨਲ ਪ੍ਰੋਬਲਮ ਹੈ। ਠੀਕ ਹੈ। ਪਿਛਲੇ ਥੋੜੇ ਦਿਨ ਰਾਈਟਸ ਹੋਏ ਸੀ ਜਿਹਦੇ ਵਿੱਚ ਬਲੈਕ ਕਲਰ ਦੇ ਬੰਦਿਆਂ ਨੇ ਸਟੋਰਸ ਲੁੱਟੇ, ਹੋਰ ਵਾਈਟ ਕਲਰ ਦੇ ਬੰਦਿਆਂ ਨੇ ਵੀ ਲੁੱਟੇ। ਉਹਦੇ ਚ ਸਾਡੇ ਇੰਡੀਅਨ ਏਸ਼ੀਅਨਸ ਨਹੀਂ ਸੀਗੇ। ਠੀਕ ਹੈ। ਉਹਨਾਂ ਨੇ ਉਹਦੇ ਬਾਅਦ ਸਰਚ ਦਿੱਤੀ ਹੈ ਯੂਨੀਵਰਸਿਟੀਜ਼ ਨੂੰ, PhDs ਹੋ ਰਹੀਆਂ ਉਹਦੇ ਤੇ ਕਿ ਜਿਹੜੇ ਅਸੀਂ ਬੱਚਿਆਂ ਨੂੰ ਨਾ ਡਾਂਟਣ ਦਾ ਤੇ ਨਾ ਘੂਰਨ ਦੇ ਕਾਨੂੰਨ ਬਣਾਏ ਆ, ਉਹਦਾ ਰਿਵਿਊ ਕਰਨਾ ਚਾਹੀਦਾ। ਠੀਕ ਹੈ। ਇਸੇ ਤਰ੍ਹਾਂ ਜੋ ਸਿਚੁਏਸ਼ਨ ਵਰਲਡ 'ਚ ਹੋ ਰਹੀ ਹੈ, ਜਿਹੜੀ ਪਾਕਿਸਤਾਨ ਏਜੰਸੀਆਂ ਵੀ ਉਹਨਾਂ ਦੇ ਮਗਰ ਲੱਗੀਆਂ ਹੋਈਆਂ, ਹੋਰ ਏਜੰਸੀਆਂ ਵੀ ਲੱਗੀਆਂ ਹੋਈਆਂ, ਵੈਸਟਰਨ ਕੰਟਰੀਜ਼ ਵੀ ਇੰਡੀਆ ਦੇ ਅਗੇਂਸਟ ਹੀ ਰਹੇ ਆ। ਦੇ ਡੋਂਟ ਵਾਂਟ ਇੰਡੀਆ ਟੂ ਗਰੋ। ਅੱਜ ਦਾ ਸਿਨੈਰੀਓ ਹੋਰ ਹੋ ਗਿਆ ਨਾ। ਤੁਸੀਂ ਪੁਰਾਣਾ ਸਿਨੈਰੀਓ ਦੇਖੋਗੇ ਕਿ ਅਸਾਈਲਮਸ ਦਿੱਤੇ। ਹੁਣ ਕੀ ਹੈ ਕਿ ਜਿਹੜੇ ਡਿਸਗਰੰਟਲਡ ਇੰਡੀਆ ਚੋਂ ਸੀਗੇ, ਕਈ ਮਾਨ ਸਾਹਿਬ ਦੀਆਂ ਝੂਠੀਆਂ ਚਿੱਠੀਆਂ ਲਿਜਾ ਕੇ 5-5 ਲੱਖ 10-10 ਲੱਖ ਦੇ ਕੇ ਚਿੱਠੀਆਂ ਲੈ ਕੇ ਅਸਾਈਲਮਸ ਲਏ ਫੋਰਨ ਕੰਟਰੀਜ਼ ਦੇ ਵਿੱਚ ਕਿ ਇਹ ਇੰਡੀਆ 'ਚ ਇਹਨਾਂ ਦੀ ਲਾਈਫ ਖਤਰੇ 'ਚ। ਹੁਣ ਕੁਝ ਐਲੀਮੈਂਟ ਉੱਥੇ ਪਹੁੰਚਿਆ ਹੋਇਆ ਹੈ ਜਿਹੜਾ ਕੈਪਚਰ ਕਰ ਲਿਆ ਉਹਨਾਂ ਨੇ ਰਿਲੀਜੀਅਸ ਪਲੇਸਿਸ ਨੂੰ। ਉਹ ਨੌਕਰੀਆਂ ਨਹੀਂ ਕਰਦੇ, ਉਹ ਇਸ ਤੇ ਹੀ ਥਰਾਈਵ ਕਰਦੇ ਆ, ਇੰਡੀਆ ਅਗੇਂਸਟ ਹੇਟ ਫੈਲਾ ਕੇ ਉਹਦੇ ਤੇ ਥਰਾਈਵ ਕਰਦੇ ਆ। ਹੁਣ ਜਿਹੜੀ ਇਹ ਰਿਪੋਰਟ ਹੈ, ਜੇ ਇਹਨੂੰ ਪੜ੍ਹਿਆ ਜਾਵੇ, ਮੈਨੂੰ ਨਹੀਂ ਲੱਗਦਾ ਸਾਡੇ ਵੀਰ ਜੀ ਆਏ ਆ ਗੋਪਾਲ ਜੀ, ਉਹਨਾਂ ਨੇ ਪੜ੍ਹੀ ਹੈ ਰਿਪੋਰਟ। ਕੁੱਕੀ ਜੀ ਨੇ ਜਿਹੜਾ ਪੜ੍ਹਿਆ ਉਹ ਬਿਲਕੁਲ ਐਨਾਲਿਸਿਸ ਸਹੀ ਕੀਤੇ ਹੈ। ਇਹ ਰਿਪੋਰਟ ਦੇ ਵਿੱਚ ਆਇਆ ਕਿ ਵਾਈ ਸੱਚ ਥਿੰਗਸ ਆਰ ਹੈਪਨਿੰਗ। ਉਹਨਾਂ ਨੇ ਸਿੱਖੀਜ਼ਮ ਦੀ ਤਾਰੀਫ ਕੀਤੀ ਹੈ। ਉਹਦੇ ਚ ਲਿਖਿਆ ਹੈ ਕਿ ਇਹ ਗਲੋਬਲ ਭਲਾ ਚਾਹੁੰਦੇ ਹੈ, ਇਹ ਜਾਤ 'ਚ ਯਕੀਨ ਨਹੀਂ ਕਰਦੇ, ਇਹ ਕਿਸੇ ਭੇਦਭਾਵ 'ਚ ਯਕੀਨ ਨਹੀਂ ਕਰਦੇ, ਇਹ ਲੋਕਾਂ ਦੇ ਲੰਗਰ ਲਾਉਂਦੇ ਆ। ਇਹ ਵੀ ਜ਼ਿਕਰ ਕੀਤਾ ਹੈ ਜੀ। ਕੋਵਿਡ ਦੇ ਸਮੇਂ ਲੋਕਾਂ ਦੇ ਘਰਾਂ 'ਚ ਰੋਟੀ ਦੇ ਕੇ ਆਏ। ਇਹ ਸਿੱਖ ਟੈਨੈਂਟਸ ਦੇ ਅਗੇਂਸਟ ਹੈ ਕਿ ਹਿੰਦੂ ਨੂੰ ਗਾਲ ਕੱਢੋ ਜਾਂ ਮੁਸਲਮਾਨ ਨੂੰ ਗਾਲ ਕੱਢੋ। ਵਿੱਚ ਲਿਖਿਆ ਰਿਪੋਰਟ ਦੇ ਵਿੱਚ ਲਿਖਿਆ ਜੀ। ਜਿਹੜੇ ਲੋਕ ਫਿਰ ਉਹਨਾਂ ਨੇ ਡਿਫਾਈਨ ਕੀਤਾ ਹੈ ਕਿ 3 ਕਿਸਮ ਦੇ ਲੋਕ ਹੈ। ਇੱਕ ਹਾਈਲੀ ਰਿਲੀਜੀਅਸ ਹੈ, ਜਿਹੜੇ ਰਿਲੀਜਨ ਨਾਲ ਜੀ ਸ਼ਾਇਦ ਕੁਝ ਟੈਕਨੀਕਲ ਦਿੱਕਤ ਹੈ। ਟਾਡਾ ਸਾਹਿਬ ਨੇ ਜਿਹੜੀ ਗੱਲ ਕਹੀ ਹੈ, ਤੁਸੀਂ ਗੋਪਾਲ ਜੀ ਉਹਦਾ ਜਵਾਬ ਦੇ ਦਿਓ, ਫਿਰ ਮੈਂ ਚੰਨੀ ਸਾਹਿਬ ਤੋਂ ਸਵਾਲ ਲੈਣਾ। ਮੈਂ ਇਹਨਾਂ ਦੀ ਚਲੋ ਵਿਚਾਲੇ ਨਾ ਹੋ ਜਾਏ, ਮੇਰੀ ਬੇਨਤੀ ਹੈ ਬਰਾੜ ਸਾਹਿਬ ਜੀ, ਜਿਹੜੀ ਇਹ ਗੱਲ ਕਰਦੇ ਨੇ ਸਾਡੇ ਕੁੱਕੀ ਗਿੱਲ ਸਾਹਿਬ ਜੀ ਨੇ, ਪਹਿਲਾਂ ਇਹਨਾਂ ਨੇ ਮੂਵਮੈਂਟ ਵੀ ਲੜੀ ਹੈ, ਪਰ ਮੈਨੂੰ ਇਸ ਗੱਲ ਤੋਂ ਇਹ ਹੈਰਾਨਗੀ ਪ੍ਰਗਟ ਆਉਂਦੀ ਹੈ ਵੀ ਇਹ ਸਿੱਖਾਂ ਇੰਡੀਅਨ ਸਟੇਟ ਨਾਲ ਖੜੇ ਨੇ ਜਾਂ ਸਿੱਖਾਂ ਦੇ ਨਾਲ ਖੜੇ ਨੇ। ਇਹ ਗੱਲ ਦਾ ਇਹਨਾਂ ਨੂੰ ਸਪਸ਼ਟੀਕਰਨ ਕਰ ਦੇਣਾ ਚਾਹੀਦਾ। ਅਗਲੀ ਗੱਲ,
ਜੀ। ਅਗਲੀ ਮੈਂ ਗੱਲ ਆਪਣੀ ਇਹ ਗੱਲ ਕਰਦਾ। ਜਿਹੜੀ ਗੱਲ ਮੈਂ ਤੁਹਾਡੇ ਵਿੱਚ ਨਹੀਂ ਬੋਲਿਆ ਗੁੱਲ ਸਾਹਿਬ, ਮੈਂ ਤੁਹਾਡੇ ਵਿੱਚ ਨਹੀਂ ਬੋਲਿਆ। ਮੈਂ ਤੁਹਾਡੇ ਆਪ ਜੀ ਦੀ ਗੱਲ ਮੈਨੂੰ ਜਦੋਂ ਆਪ ਜੀ ਦੀ ਵਾਰੀ ਆਊਗੀ ਚਲੋ ਕਰ ਮੈਂ ਲਿਓ। ਕੁੱਕੀ ਜੀ ਤੁਹਾਡੇ ਕੋਲ ਮੈਂ ਤੁਹਾਨੂੰ ਇਹ ਗੱਲ ਕੀਤੀ ਹੈ, ਮੈਂ ਬੋਲਿਆ ਨਹੀਂ ਜੀ। ਮੈਂ ਤੁਹਾਡੇ ਤੋਂ certificate ਮੈਂ ਕਿਸੇ ਦੀ ਗੱਲ ਤੇ ਬੋਲਿਆ ਨਹੀਂ ਜੀ। ਫਿਰ ਸੁਣਨ ਦੀ ਸਮਰੱਥਾ ਰੱਖੋ, ਮੈਂ ਇਹਨੂੰ ਜੋ ਕਹੋ ਮੈਂ ਸੁਣੂੰਗਾ ਜੀ। ਮੈਂ ਤੁਹਾਡੇ ਤੋਂ certificate ਝੂਠੀਆਂ ਚਿੱਠੀਆਂ ਦੀ ਮੈਨੂੰ ਗੱਲ ਜਿਹੜੀ ਤੁਸੀਂ ਗੱਲ ਕਰਦੇ ਹੋ, ਝੂਠੀਆਂ ਚਿੱਠੀਆਂ ਨਹੀਂ, ਇੱਥੇ ਨਸਲਕੁਸ਼ੀ ਹੋਈ ਹੈ, ਇੱਥੇ ਕੌਮ ਦੀ ਬਰਬਾਦੀ ਹੋਈ ਹੈ, ਚਿੱਠੀਆਂ ਦੇਤੀਆਂ। ਇੱਥੇ ਅਕਾਲ ਤਖਤ ਸਾਹਿਬ ਢਾਹਿਆ ਗਿਆ, ਇੱਥੇ ਰੇਪ ਹੋਏ ਨੇ, ਚਿੱਠੀਆਂ ਦੇਤੀਆਂ। ਇੱਥੇ ਤੁਸੀਂ ਇੰਡੀਅਨ ਸਟੇਟ ਦੀ ਕਰ ਲਿਓ, ਸਾਡੇ ਨਾਲ ਕਰ ਲਿਓ, ਸਾਡੇ ਨਾਲ ਤੇ ਜਿੱਥੇ ਮਰਜ਼ੀ ਬਹਿਸ ਕਰ ਲਿਓ ਆਪ ਜੀ ਆ ਕੇ। ਗਿੱਲ ਸਾਹਿਬ ਜਿੱਥੇ ਮਰਜ਼ੀ ਗੱਲ ਕਰਿਓ, ਪਰ ਅੱਜ ਜਿਹੜੀ ਸਥਿਤੀ ਆਪ ਜੀ ਨੇ ਪੈਦਾ ਕਰ ਰਹੇ ਹੋ ਨਾ, ਤੁਸੀਂ ਕਹਿ ਰਹੇ ਹੋ ਸਿੱਖ ਇਦਾਂ ਦੇ ਨੇ, ਤੁਸੀਂ ਗੱਲ ਕਲੀਅਰ ਕਰੋ ਵੀ ਅਸੀਂ ਇੰਡੀਅਨ ਸਟੇਟ ਦੇ ਨਾਲ ਆ। ਜੋ ਕਹਿੰਦੀ ਹੈ ਠੀਕ ਕਹਿੰਦੀ ਹੈ, ਜੋ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਉਹ ਵੀ ਠੀਕ ਕੀਤਾ, ਨਸਲ ਕੋਈ ਠੀਕ ਕੀਤੀ ਉਹ ਵੀ ਠੀਕ ਕੀਤੀ, ਲੋਕ ਮਾਰੇ ਗਏ ਉਹ ਵੀ ਠੀਕ ਕੀਤੇ ਗਏ, 2500 ਸਰੂਪ ਸਾੜ ਦਿੱਤੇ ਗਏ ਉਹ ਵੀ ਠੀਕ ਕੀਤੇ ਗਏ, ਜਿਹੜਾ ਸਾਡਾ ਪਾਣੀ ਲੁੱਟ ਕੇ ਲੈ ਗਏ ਉਹ ਵੀ ਠੀਕ ਕੀਤੇ ਗਏ। ਕਿਹੜੀ ਗੱਲ ਕੀਤੀ ਹੈ ਇਹ ਗੱਲ ਨੂੰ? ਕੀ ਸਾਹਿਬ ਮੇਰੀ ਗੱਲ ਤੁਸੀਂ ਵਿੱਚੋਂ ਵਿਚਾਲੇ ਕੱਟ ਦਿੱਤੀ। ਮੈਂ ਜਦੋਂ ਸ਼ੁਰੂਆਤ ਕੀਤੀ ਗੱਲ ਨੂੰ, ਆਪਣੀਆਂ ਝੂਠੀਆਂ ਚਿੱਠੀਆਂ ਦੇ ਝੂਠੀਆਂ ਚਿੱਠੀਆਂ ਨਹੀਂ ਸੱਚੀਆਂ ਚਿੱਠੀਆਂ ਨੇ ਜੀ, ਸੱਚੀਆਂ। ਕੌਮ ਮਾਰੀ ਹੈ, ਨਸਲਕੁਸ਼ੀ ਹੋਈ ਹੈ, ਨਾ ਇੰਗਲੈਂਡ ਕਮਲ ਹੈ, ਪੂਰੀ ਦੁਨੀਆ ਦੇ ਅੰਗਰੇਜ਼ ਨੇ ਉਹ ਜਾਣਦੇ ਨੇ ਹਿੰਦੁਸਤਾਨ ਦੀ ਕਾਰਗੁਜ਼ਾਰੀ ਦੇ ਸਰਕਾਰ ਦੀ ਵੀ ਸਿੱਖਾਂ ਨਾਲ ਕੀ ਹੋਇਆ। ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਮੈਂ ਕਿਹਾ ਜੀ ਮਾਨ ਸਾਹਿਬ ਬਾਰੇ ਤਾਂ ਤੁਸੀਂ ਜੋ ਮਰਜ਼ੀ ਕਰੋ, ਜਦੋਂ ਤੁਸੀਂ ਇੰਡੀਅਨ ਸਟੇਟ ਦੀ ਗੱਲ ਕਰੋ ਜੋ ਮਰਜ਼ੀ ਬੋਲੋ ਜੀ। ਮੈਂ ਤਾਂ ਇਸ ਗੱਲ ਨੂੰ ਜੀ ਗਿੱਲ ਸਾਹਿਬ ਮੈਂ ਆਪ ਜੀ ਦੇ ਸ਼ਾਨ ਦੇ ਖਿਲਾਫ ਨਹੀਂ, ਪਰ ਤੁਸੀਂ ਗੱਲ ਇੰਗਲੈਂਡ ਤੇ ਗਵਰਨਮੈਂਟ ਸਰਕਾਰ ਦੀ ਹੋਈ ਹੈ, ਤੁਸੀਂ ਸਿਮਰਜੀਤ ਮਾਨ ਦੇ ਮਗਰ ਪਏ ਹੋ ਜੀ। ਇਹ ਕਿਹੜਾ ਜੀ? ਹੋਰ ਤਾਂ ਮਾਨ ਸਾਹਿਬ ਤੋਂ ਬਾਅਦ ਤਾਂ ਸਾਰੇ ਰਸਤੇ ਬੰਦ ਹੀ ਹੋ ਗਏ ਕੌਮ ਦੀ ਗੱਲ ਕਰਨ ਵਾਲੇ। ਇੱਕ ਸੈਕਿੰਡ ਕੁੱਕੀ ਜੀ ਜਵਾਬ ਦੇ ਦਿਓ। ਮੈਂ ਵੈਸੇ ਇਸ ਨੂੰ ਦੂਸਰੇ ਸੰਦਰਭ ਦੇ ਵਿੱਚ ਸਵਾਲ ਨੂੰ ਲੈ ਕੇ ਆਉਣਾ। ਚਲੋ ਥੋੜੀ ਜੀ ਗੱਲ ਮਿਕਸ ਹੋ ਗਈ। ਜਿਹੜੀ ਬਲੂਮ ਰਿਪੋਰਟ ਆ ਨਾ, ਉਹ ਬੜੀ ਪ੍ਰੋਗਰੈਸਿਵ ਰਿਪੋਰਟ ਆ। ਉਸਨੇ ਡਾਇਲੌਗ ਆਰੰਭਣ ਲਈ ਕਿਹਾ ਹੈਗਾ ਅਰ ਕਿ ਇਹ ਜਿਹੜੇ ਲੋਕ ਨੇ ਇਹਨਾਂ ਨੇ ਜਦੋਂ ਚੱਬੇ ਇਕੱਠ ਹੋਇਆ ਸੀ ਆਪ ਮਹਾਰੇ, ਉਹਨੂੰ ਵੀ ਇਹਨਾਂ ਦੀਆਂ ਮੈਕੀਵੇਲੀਅਨ ਜਿਹੜੀਆਂ ਹੈਗੀਆਂ ਨੇ ਐਟੀਟਿਊਡਸ, ਇਹਨਾਂ ਨੇ ਉਹਨੂੰ ਕੰਟਰੋਲ ਕਰਕੇ ਉਹ ਦੁਖਾਂਤ ਨੂੰ ਆਪਣੇ ਹਿੱਤਾਂ ਲਈ, ਨਿਜ ਹਿੱਤਾਂ ਲਈ ਵਰਤਦਾ। ਕਿਹੜਾ ਵਰਤਿਆ ਜੀ? ਅਜੇ ਤਾਂ ਜੇਲ੍ਹ ਕੱਟੀ ਹੈ ਜੀ, ਉਸ ਪਿੱਛੇ ਸਾਰੇ ਅੰਦਰ ਰਹੇ ਜੀ। ਕਿੱਥੇ ਕਿਹੜੀ ਜੇਲ੍ਹ ਕਿਹਨੂੰ ਨਹੀਂ ਕਰਿਆ ਅੰਦਰ? ਪ੍ਰਕਾਸ਼ ਸਿੰਘ ਬਾਦਲ ਨੇ। ਤੁਸੀਂ ਤਾਂ ਚੁੱਪ ਸੀ ਜੀ, ਆਪ ਜੀ ਤਾਂ ਸਾਰੇ ਚੁੱਪ ਸੀਗੇ, ਉਲਟ ਸੀਗੇ, ਸਾਰੀ ਐਮਰਜੈਂਸੀ ਲਾ ਕੇ ਬੰਦ ਕਰਤੇ ਸੀ ਅਸੀਂ। ਇੱਕ ਮਿੰਟ ਚੁੱਪ ਕਰਾਈ, ਇੱਕ ਮਿੰਟ ਮੈਂ ਦੱਸਦਾ। ਠੀਕ ਹੈ ਕਿ ਜਦੋਂ ਮਾਨ ਮੈਨੂੰ ਮਿਲਣ ਆਇਆ ਸੀ ਨਾ ਤਿਹਾਰ ਜੇਲ੍ਹ 'ਚ, ਮੈਂ ਅਮਰੀਕਾ ਇੱਕ ਉਹਨੂੰ ਮਿਲਣ ਨੂੰ ਨਾ ਕਰਤੀ ਸੀ ਤੇ ਉਹ ਆਪਣੀਆਂ 5 ਸਾਲ ਦੀਆਂ ਗਾਥਾਵਾਂ ਮੈਨੂੰ ਸੁਣਾ ਰਿਹਾ ਸੀ। ਮੈਂ ਕਿਹਾ 5 ਸਾਲ ਤਾਂ ਮੈਂ ਸੌਂ ਕੇ ਗੁਜ਼ਾਰਦੇ ਸੀ, ਮੈਂ ਹਨੇਰਿਆਂ 'ਚ 10.5 ਸਾਲ ਕੱਟਿਆ ਤਹਿਖਾਨੇ ਦੇ ਵਿੱਚ। ਮੈਨੂੰ ਕੀ ਦੱਸਦੇ ਆ ਤੁਸੀਂ ਇੰਡੀਅਨ ਸਟੇਟ ਦਾ? ਤੁਸੀਂ ਚਿੱਠੀਆਂ ਵੇਚਦੇ ਆ ਪੈਸੇ ਲੈ ਕੇ। ਮੇਰੀ ਗੱਲ ਸੁਣੋ, ਨਾ ਤਾਂ ਮਾਨ ਸਾਹਿਬ ਦੀ ਪ੍ਰਾਪਰਟੀ ਦੇ ਬਾਰੇ ਪਤਾ ਕਰੋ, ਨਾਲੇ ਮੇਰੀ ਦਾ ਪਤਾ ਕਰੋ, ਨਾਲੇ ਪਤਾ ਕਰੋ। ਇੱਕ ਸੈਕਿੰਡ, ਤੁਹਾਡੇ ਕੋਲੇ ਸਾਰਾ ਸਬੂਤ ਨੇ, ਸਰਕਾਰ ਹੈ, ਪੰਜਾਬ ਹੈ। ਇੱਕ ਸੈਕਿੰਡ, ਚਲੋ ਕੁੱਕੀ ਜੀ ਆਪਾਂ ਇਸ ਨੂੰ ਇੱਕ ਸੈਕਿੰਡ, ਆਪਾਂ ਇਸ ਨੂੰ ਚਿੱਠੀਆਂ 'ਚ ਨਹੀਂ ਉਲਝਾਉਣਾ ਕਿਉਂਕਿ ਆਪਾਂ ਗੱਲ ਵੱਡੇ ਸੰਦਰਭ ਦੇ ਵਿੱਚ ਕਰ ਰਹੇ ਹਾਂ। ਕਿਉਂਕਿ ਜੇ ਐਸੇ ਤਰੀਕੇ ਨਾਲ ਬਹਿਸ ਸ਼ੁਰੂ ਹੋ ਚਿੱਠੀਆਂ ਚੁੱਲ ਜਾਏਗੀ, ਤਰੀਕੇ ਨਾਲ ਕਰੀਏ। ਬਲੂਮ ਰਿਪੋਰਟ ਤੇ ਲੈ ਕੇ ਆਓ। ਮੈਂ ਬਿਲਕੁਲ ਬਲੂਮ ਰਿਪੋਰਟ ਤੇ ਆ ਰਿਹਾ। ਇੱਕ ਸੈਕਿੰਡ ਗੋਪਾਲ ਜੀ, ਮੈਂ ਬਲੂਮ ਰਿਪੋਰਟ ਤੇ ਵਾਪਸ ਆਉਣਾ। ਚੰਨੀ ਜੀ ਵੀ ਜੁੜ ਗਏ ਆ, ਮੈਂ ਉਹਨਾਂ ਤੋਂ ਜਵਾਬ ਲੈਣਾ ਹੈ ਕਿ ਬਲੂਮ ਰਿਪੋਰਟ ਦੇ ਵਿੱਚ ਜਿਹੜੀ ਗੱਲ ਸ਼ੁਰੂ ਕੀਤੀ ਗਈ ਹੈ, ਜਿਹੜੀ ਉਹਨਾਂ ਨੇ ਕਿਹਾ ਹੈ ਕਿ ਇੱਕ ਡਾਇਲੌਗ ਸ਼ੁਰੂ ਕਰਨ ਦੀ ਗੱਲ, ਉਹਨਾਂ ਕਿਹਾ ਕਿ ਕੁਝ ਫ੍ਰਿੰਜ ਐਲੀਮੈਂਟਸ ਨੇ ਜਿਹੜੇ ਇਸ ਤਰੀਕੇ ਦੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਕੇ ਪੂਰੇ ਸਿੱਖਾਂ ਨੂੰ ਬਦਨਾਮ ਕਰਦੇ ਨੇ। ਕੁਝ ਐਲੀਮੈਂਟਸ ਨੇ ਹਿੰਦੂ ਭਾਈਚਾਰੇ ਦੇ ਵਿੱਚ ਜਿਹੜੇ ਇਹੋ ਜਿਹੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਕੇ ਪੂਰੇ ਭਾਈਚਾਰੇ ਨੂੰ ਬਦਨਾਮ ਕਰਦੇ ਨੇ। ਕੁਝ ਐਲੀਮੈਂਟਸ ਨੇ ਮੁਸਲਿਮ ਧਰਮ ਦੇ ਵਿੱਚ ਜਿਹੜੇ ਇਹੋ ਜਿਹੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਕੇ ਸਾਰੇ ਭਾਈਚਾਰੇ ਨੂੰ ਬਦਨਾਮ ਕਰਦੇ। ਤੁਸੀਂ ਇਹਦੇ ਨਾਲ ਸਹਿਮਤ ਹੋ? ਦੇਖੋ ਉੱਥੇ ਕਮਿਸ਼ਨ ਜੀ, ਹਾਂਜੀ, ਗੱਲ ਇਹ ਹੈਗੀ ਹੈ ਕਿ ਇਹ ਜਿਹੜਾ ਕਮਿਸ਼ਨ ਬਣਿਆ ਹੈਗਾ ਬਲੂਮ ਰਿਪੋਰਟ ਵਾਲਾ, ਉਹਦੀ ਬਹੁਤ ਵੱਡੀ ਮਹਾਨਤਾ ਹੈਗੀ ਹੈ ਤੇ ਜਿਹੜੀਆਂ ਉਹਦੀਆਂ ਫਾਈਂਡਿੰਗਸ ਨੇ ਉਹ ਵੀ ਬਿਲਕੁਲ ਠੀਕ ਨੇ। ਹੁਣ ਆਪਾਂ ਨੂੰ ਇਹ ਬਿਲਕੁਲ ਭਲੀ ਬਾਤ, ਵੈਸੇ ਤਾਂ ਚਲੋ ਉਹ ਡੈਮੋਕ੍ਰੈਟਿਕ ਕੰਟਰੀ ਹੈ, ਅਸੀਂ ਵੀ ਡੈਮੋਕ੍ਰੈਟਿਕ ਹੈ, ਸੈਕੂਲਰ ਹੈ। ਨਹੀਂ ਪਰ ਚੰਨੀ ਸਾਹਿਬ ਕਈ ਵਾਰੀ ਕਮਿਸ਼ਨ ਦੇ ਨਾਮ ਤੋਂ ਆਪਣੇ ਵਾਲੇ ਕਮਿਸ਼ਨਾਂ ਵੱਲ ਧਿਆਨ ਚਲਾ ਜਾਂਦਾ ਹੈ, ਕਿਉਂਕਿ ਇੱਧਰ ਕਮਿਸ਼ਨ ਦਾ ਮਤਲਬ ਕੁਝ ਹੋਰ ਹੈ, ਉਧਰ ਕਮਿਸ਼ਨ ਦਾ ਮਤਲਬ ਕੁਝ ਹੋਰ ਹੈ। ਇਹ ਤੁਸੀਂ ਵੀ ਸਮਝਦੇ ਹੋ? ਹਾਂ, ਉਹਦੀਆਂ ਫਾਈਂਡਿੰਗਸ ਨੇ, ਜਿਹੜਾ ਕਮਿਸ਼ਨ ਹੈਗਾ ਉਹਨੇ ਫਾਈਂਡਿੰਗਸ ਦੇ ਕੇ ਉਹਨਾਂ ਨੇ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਹੈ ਰਿਸ਼ੀ ਸੁਨਕ ਦੀ, ਉਹਨਾਂ ਨੂੰ ਕਿਹਾ ਵੀ ਇੱਥੇ ਐਕਸ਼ਨ ਲਓ ਜੀ। ਔਰ ਉਹਨਾਂ ਨੇ ਇਕੱਲੇ ਸਿੱਖਾਂ ਦੀ ਗੱਲ ਵੀ ਨਹੀਂ ਕੀਤੀ। ਦੇਖੋ ਜਿੰਨੇ ਵੀ ਧਰਮ ਨੇ, ਚਾਹੇ ਮੁਸਲਿਮ ਹੈ, ਚਾਹੇ ਈਸਾਈ ਹੈ, ਚਾਹੇ ਸਿੱਖ ਹੈ, ਉਹਨਾਂ ਦੇ ਵਿੱਚ ਕੁਝ ਐਲੀਮੈਂਟ ਹਮੇਸ਼ਾ ਹੀ ਹੁੰਦੇ ਨੇ। ਇੱਕ ਗੱਲ। ਦੂਜੀ ਗੱਲ, ਕੁਝ ਐਸੇ ਐਲੀਮੈਂਟ ਹੁੰਦੇ ਨੇ ਜਿਨ੍ਹਾਂ ਨੂੰ ਬਹੁਤ ਜਲਦੀ ਪਾਵਰ ਚਾਹੀਦੀ,
ਉਹ ਕੀ ਕਰਦੇ ਨੇ ਕਿ ਉਹ ਚੀਜ਼ਾਂ ਹਾਈਜੈਕ ਕਰਦੇ ਨੇ। ਜਿਸ ਤਰ੍ਹਾਂ ਕੁੱਕੀ ਜੀ ਕਰ ਰਹੇ ਸੀ, ਜਿਵੇਂ ਕਿਸਾਨ ਅੰਦੋਲਨ ਸੀਗਾ, ਉਹ ਦੀਪ ਨੂੰ ਜਾ ਕੇ ਹਾਈਜੈਕ ਕਰ ਲਿਆ। ਉਹ ਜਿਹੜਾ ਅਸਲੀ ਸੀਗਾ, ਜਿਹੜਾ ਹਜੂਮ ਜਾਣਾ ਸੀ, ਉਹਨੂੰ ਕਿਸੇ ਨੇ ਕਵਰ ਹੀ ਨਹੀਂ ਕੀਤਾ। ਉਹਨੇ ਜਾ ਕੇ ਲਾਲ ਕਿਲੇ ਤੇ ਜਾ ਕੇ ਆਪਦਾ ਝੰਡਾ ਲਹਿਰਾਤਾ ਤੇ ਹੋਰ ਸਾਰਾ ਕੁਝ ਕਰ ਦਿੱਤਾ। ਏਦਾਂ ਹੀ ਜਿਹੜੇ ਸਾਡੇ ਇਹ ਐਲੀਮੈਂਟ, ਫ੍ਰੈਂਚ ਐਲੀਮੈਂਟਸ ਨੇ, ਜਿਹੜੇ ਰੈਡੀਕਲਸ ਆਪਾਂ ਕਹਿੰਦੇ ਆ, ਜਦੋਂ ਇਹ ਜਾਂਦੇ ਨੇ, ਚਾਹੇ ਕੈਨੇਡਾ ਚਲੇ ਜਾਣ, ਚਾਹੇ ਇੰਗਲੈਂਡ ਚਲੇ ਜਾਣ, ਚਾਹੇ ਆਸਟ੍ਰੇਲੀਆ ਚਲੇ ਜਾਣ, ਉੱਥੋਂ ਦੀ ਜਿਹੜੀ ਸਾਡੇ ਹੁਣ ਜਿਹੜੇ ਬੰਦੇ ਉੱਥੇ 75-75 ਸਾਲ ਦੇ ਰਹਿ ਰਹੇ ਨੇ ਔਰ ਉਹਨਾਂ ਨੂੰ ਇੰਨੇ ਮਾਨ ਸਨਮਾਨ ਮਿਲੇ ਨੇ, ਮੈਂਬਰ ਪਾਰਲੀਮੈਂਟ ਬਣੇ ਨੇ, ਲਾਰਡਸ ਹੈਗੇ ਨੇ, ਉਹ ਉਹਨਾਂ ਤੋਂ ਵੀ ਉਹਨਾਂ ਨੂੰ ਜਰਦੇ ਨਹੀਂ। ਉਹ ਕਹਿੰਦੇ ਅਸੀਂ ਜਿਹੜੀ ਅਸਲੀ ਲੀਡਰਸ਼ਿਪ ਆ ਉੱਥੇ ਅਸੀਂ ਕਰਨੀ ਹੈ। ਉਸ ਚੱਕਰ ਦੇ ਵਿੱਚ ਉਹ ਫਿਰ ਜਿਹੜਾ ਬੰਦਾ ਸਭ ਤੋਂ ਜ਼ਿਆਦਾ ਤੱਤੀ ਗੱਲ ਕਰਦਾ ਉਹਨੂੰ ਲੋਕ ਸੁਣਦੇ ਆ, ਉਹਦੇ ਹੀ ਮੰਗਰ ਲੱਗਦੇ ਨੇ। ਹੁਣ ਤੁਸੀਂ ਦੇਖੋ ਜਿਹੜਾ ਇਹਨਾਂ ਨੇ ਇੰਡੀਅਨ ਹਾਈ ਕਮਿਸ਼ਨ, ਦੇਖੋ ਕਿਹਦਾ ਹਾਈ ਕਮਿਸ਼ਨ ਹੈ। ਜੇ ਅਸੀਂ ਇਹ ਕਹਿੰਦੇ ਆ ਕਿ ਹਿੰਦੁਸਤਾਨ ਦਾ ਹੈਗਾ ਤੇ ਅਸੀਂ ਆਪਣੇ ਹਿੰਦੁਸਤਾਨ ਦੇ ਕਮਿਸ਼ਨ ਤੇ ਹੀ ਅਟੈਕ ਕਰ ਰਹੇ, ਆਪਣੇ ਝੰਡੇ ਤੇ ਅਟੈਕ ਕਰ ਰਹੇ। ਮਤਲਬ ਕੀ ਅਸੀਂ ਸਾਬਤ ਕਰ ਰਹੇ? ਜਿਹੜਾ ਦੀ ਕੋਈ ਡਿਮਾਂਡ ਹੈ, ਉੱਥੇ ਦੇਖੋ ਇੰਗਲੈਂਡ ਦੇ ਵਿੱਚ ਤਾਂ ਖਾਲਿਸਤਾਨ ਨਹੀਂ ਬਣਨਾ, ਨਾ ਕੈਨੇਡਾ 'ਚ ਬਣਨਾ ਤੇ ਨਾ ਆਸਟ੍ਰੇਲੀਆ 'ਚ ਬਣਨਾ। ਜੇ ਤੁਹਾਡੀ ਕੋਈ ਡਿਮਾਂਡ ਹੈਗੀ ਹੈ ਤੇ ਤੁਸੀਂ ਇੱਥੋਂ ਦੀ ਸਰਕਾਰ ਦੇ ਨਾਲ ਗੱਲ ਕਰੋ, ਖੁੱਲ੍ਹ ਹੈ, ਤੁਸੀਂ ਆਪਣੇ ਵਿਊਜ਼ ਰੱਖ ਸਕਦੇ ਆ। ਨਹੀਂ, ਪਰ ਗੋਪਾਲ ਜੀ ਨੇ ਜਿਹੜੀ ਗੱਲ ਕਹੀ ਹੈ ਚੰਨੀ ਸਾਹਿਬ, ਮੈਂ ਉਸ ਤੇ ਤੁਹਾਡਾ ਕਮੈਂਟ ਜ਼ਰੂਰ ਚਾਹਣਾ ਹੈ। ਇਹ ਕਹਿ ਰਹੇ ਨੇ ਕਿ ਇੰਡੀਅਨ ਸਟੇਟ ਜਿਹੜੀ ਹੈ ਉਹ ਸਿੱਖਾਂ ਨੂੰ ਬਦਨਾਮ ਕਰ ਰਹੀ ਹੈ। ਸਾਡੇ ਨਾਲ ਬੈਠੀ ਹਾਂ, ਮੈਂ ਕਹਿੰਦਾ ਜੀ ਇੰਡੀਅਨ ਸਟੇਟ, ਚੰਨੀ ਸਾਹਿਬ ਮੇਰੀ ਬੇਨਤੀ ਸੁਣੋ। ਮੈਂ ਬੇਨਤੀ ਕਰਦਾ, ਸਾਰੇ ਪੰਜਾਬੀ ਬੈਠੇ ਹੋ, ਸਾਰੇ ਇਸ ਨੂੰ ਪਿਆਰ ਕਰਨ ਵਾਲੇ ਬੈਠੇ ਹੋ। ਇੰਡੀਅਨ ਸਟੇਟ ਨਾਗਿਆਂ ਨਾਲ ਬੈਠ ਸਕਦੀ ਹੈ, ਇੰਫਾਲ ਵਾਲਿਆਂ ਨਾਲ ਬੈਠ ਸਕਦੀ ਹੈ, ਸਾਰਿਆਂ ਨਾਲ ਬੈਠ ਸਕਦੀ ਹੈ। ਕਦੇ 84 ਤੋਂ ਬਾਅਦ ਕਦੇ ਸਿੱਖਾਂ ਦੇ ਨਾਲ ਇੰਡੀਅਨ ਸਟੇਟ ਬੈਠੀ ਹੈ? ਕਦੇ ਆਓ ਬੈਠੋ ਵੀ ਕੀ ਪ੍ਰੋਬਲਮ ਸੀ, ਕਿਉਂ ਤੁਸੀਂ ਖਾਲਿਸਤਾਨ ਮੰਗਦੇ ਹੋ, ਕਿਉਂ ਵੱਖਰਾ ਕਿਉਂ ਤੁਸੀਂ ਵੱਧ ਮੰਗਦੇ ਹੋ? ਕਿਉਂਕਿ ਸਾਹਿਬ ਮੈਂ ਆਪ ਜੀ ਦੇ ਵਿੱਚ ਬੋਲਿਆ ਨਹੀਂ ਜੀ, ਜੇ ਤੁਹਾਡੇ ਨਾਲ ਬਹਿ ਗਈ ਹੋਵੇ ਸਰਕਾਰ, ਮੈਂ ਕਹਿ ਨਹੀਂ ਸਕਦਾ ਸਾਡੇ ਨਾਲ ਤਾਂ ਬੈਠੀ ਨਹੀਂ, ਸਿੱਖਾਂ ਦੇ ਨਾਲ ਬੈਠੀ ਨਹੀਂ। ਕਿਉਂਕਿ ਸਾਹਿਬ ਤੁਸੀਂ ਗੱਲ ਨੂੰ ਵਿੱਚੋਂ ਮੈਨੂੰ ਕੱਟਦੇ ਹੋ, ਜਿੱਥੋਂ ਸ਼ੁਰੂਆਤ ਹੁੰਦੀ ਹੈ ਤੁਸੀਂ ਵੱਖਰੀ, ਆਪਾਂ ਦੁਨੀਆ ਡਿਬੇਟ ਰੱਖ ਲੈਂਦੇ ਹਾਂ। ਮੈਂ ਕਿਹਾ ਆਪਾਂ ਦੁਨੀਆ ਰੱਖ ਲੈਂਦੇ ਹਾਂ, ਪਰ ਅੱਜ ਜਿਹੜੇ ਇਸ਼ੂ ਤੇ ਬਰਾੜ ਸਾਹਿਬ ਨੇ ਇਸ ਇਸ਼ੂ ਦੇ ਉੱਤੇ ਡਿਬੇਟ ਰੱਖੀ ਹੈ, ਗੱਲ ਇਸ ਤੇ ਹੋਣੀ ਚਾਹੀਦੀ ਹੈ। ਤੁਸੀਂ ਮੰਨ ਲਈ ਮੈਂ ਗੱਲ ਕਹਿਣਾ ਜੀ, ਗੱਲ ਇਹ ਤਾਂ ਕੁੱਕੀ ਸਾਹਿਬ ਨੂੰ ਤਾਂ ਮੈਂ ਗੱਲ ਹੀ ਨਹੀਂ ਕੀਤਾ। ਜੇ ਤੁਸੀਂ ਹਾਂ ਚਲੋ ਮੈਂ ਜਿਹੜਾ ਤੁਸੀਂ ਐਕਸ਼ਨ ਕਰਦੇ ਹੋ ਕੁੱਕੀ ਜੀ, ਮੈਂ ਤੁਹਾਡੇ ਕੋਲ ਆ ਰਿਹਾ। ਚੰਨੀ ਸਾਹਿਬ ਤੁਸੀਂ ਜਵਾਬ ਦੇ ਦਿਓ, ਔਖਾ ਲੱਗਦੀ ਹੈ ਗੱਲ। ਚੰਨੀ ਸਾਹਿਬ ਜਵਾਬ ਦੇ ਦਿਓ, ਮੈਂ ਨਿੱਜੀ ਗੱਲ 'ਚ ਨਹੀਂ ਉਲਝਾਉਣਾ। ਚੰਨੀ ਸਾਹਿਬ ਜਵਾਬ ਦੇ ਦਿਓ ਜੀ। ਮੈਂ ਕੁੱਕੀ ਜੀ ਆ ਰਿਹਾ ਤੁਹਾਡੇ ਕੋਲ ਦੁਬਾਰਾ ਜੀ। ਵਿਜੇਪਾਲ ਜੀ, ਪੰਜਾਬ ਦਾ ਜਿਹੜਾ ਵੀ ਮੁੱਦਾ ਹੈ, ਹਾਂਜੀ, ਤੇ ਇੰਡੀਅਨ ਸਟੇਟ ਆਪਾਂ ਗੱਲ ਕਰ ਰਹੇ ਹਾਂ ਜੀ, ਜਿਹੜੀ ਇੰਡੀਅਨ ਸਟੇਟ ਹੈਗੀ ਹੈ, ਉਹਨਾਂ ਨੇ ਗੱਲ ਕਰਨੀ ਹੈਗੀ ਹੈ ਪੰਜਾਬ ਦੀ ਇਲੈਕਟਡ ਜਿਹੜੀ ਪਪੂਲਰ ਗਵਰਨਮੈਂਟ ਹੈਗੀ, ਉਹਦੇ ਜਿਹੜੇ ਅਸਲੀ ਰਿਪਰੈਜ਼ੈਂਟੇਟਿਵ, ਉਹਨਾਂ ਨਾਲ ਗੱਲ ਕਰਨੀ ਹੈ। ਜਿਹੜੇ ਇੱਥੇ ਫ੍ਰਿੰਜ ਐਲੀਮੈਂਟ ਬੈਠੇ ਨੇ, ਉਹਨਾਂ ਨਾਲ ਕੌਣ ਗੱਲ ਕਰ ਸਕਦਾ? ਐਲੀਮੈਂਟ ਤਾਂ ਫਿਰ ਨਹਿਰੂ ਤਾਂ ਗਾਂਧੀ ਜੀ ਵੀ ਸੀਗੇ ਜੀ। ਜਿਹੜੀ ਤੁਸੀਂ ਅੱਜ ਦੀ ਰਿਪੋਰਟ ਕਰਦੇ ਹੋ, ਉਹ ਵੀ ਕਹਿੰਦੇ ਵੀ ਰੈਡੀਕਲ ਨੇ, ਉਹਨਾਂ ਦੇ ਉੱਥੇ ਬੁੱਤ ਲੱਗੇ ਹੋਏ ਨੇ ਜੀ। ਕੱਲ ਨੂੰ ਸਿੱਖਾਂ ਦੇ ਵੀ ਲੱਗਣਗੇ ਜੀ। ਪੂਰੀ ਦੁਨੀਆ ਨੈਸ਼ਨਲ ਮਟਰੇਲਾ ਨੂੰ ਕਹਿੰਦੇ ਤੂੰ ਐਂਟੀ ਹੈ ਜੀ, ਤੂੰ ਰੈਡੀਕਲ ਹੈ ਜੀ। ਅੱਜ ਨੋਬਲ ਪੁਰਸਕਾਰ ਵੀ ਮਿਲੇ ਨੇ, ਦੁਨੀਆ ਕਹਿੰਦੀ ਵੀ ਨੈਸ਼ਨਲ ਮਟਰੇਲਾ ਦੀਆਂ ਸਿੱਖਿਆਵਾਂ ਤੇ ਚੱਲੋ ਜੀ। ਨਹਿਰੂ ਤੇ ਗਾਂਧੀ ਨੂੰ ਵੀ ਕਹਿੰਦੇ ਨੇ ਜੀ, ਉਹਨਾਂ ਨਾਲ ਕਿਵੇਂ ਬੈਠ ਗਈ ਜੀ? ਉਹਨਾਂ ਦੀ ਕਿਹੜਾ ਗਵਰਨਮੈਂਟ ਸੀ ਜੀ ਉਸ ਟਾਈਮ? ਗੱਲ ਨਹੀਂ ਬਣਨੀ ਜੇ ਤੁਸੀਂ ਆਪਣੇ ਵਿਊਜ਼ ਰੱਖ ਲਏ, ਬਾਕੀਆਂ ਨੂੰ ਵੀ ਉਹਨਾਂ ਹੱਕ ਹੈ ਵੀ ਉਹ ਆਪਣੇ ਵਿਊਜ਼ ਰੱਖੋ ਜੀ, ਰੱਖੋ ਜੀ। ਉਹ ਆਪਣਾ ਵਿਊਜ਼ ਰੱਖਣੇ, ਫੇਰ ਰੱਖ ਲਿਓ, ਬੋਲਣ ਕਿਸੇ ਨੂੰ ਨਹੀਂ ਬੋਲਣ ਦੇ ਰਹੇ ਜੀ ਜੀ। ਪਹਿਲੇ ਦੱਸੋ ਵੀ ਤੁਹਾਡਾ ਇੱਥੇ ਹੈ ਕੌਣ? ਕਿੰਨੇ % ਲੋਕ ਆ ਜਿਹੜੇ ਤੁਹਾਡੇ ਮਗਰ ਨੇ? ਮੈਂ ਕਿਹਾ ਜੀ ਸਾਡੇ ਮਗਰ ਨਹੀਂ, ਤੁਸੀਂ ਕੌਮ ਮਾਰ। ਅੱਛਾ, ਤੁਸੀਂ ਇੱਕ ਇੱਕ ਕਰਕੇ ਮਾਰ ਰਹੇ ਹੋ, ਕੱਟ ਰਹੇ ਹੋ। 84 ਤੋਂ ਬਾਅਦ ਤੁਸੀਂ ਬੀਜੇਪੀ ਤੇ ਕਾਂਗਰਸ ਇੱਕੋ ਹੀ ਕੰਮ ਕਰਨ ਲੱਗੇ ਹੋਏ ਹੋ ਵੀ ਸਿੱਖਾਂ ਨੂੰ ਮਾਰੀ ਚੱਲੋ, ਇਹਨੂੰ ਘੱਟ ਗਿਣਤੀ ਕਰੀ ਚੱਲੋ ਤੇ ਭਜਾਈ ਚੱਲੋ। ਮਗਰੋਂ ਕਹਿੰਦੇ ਵੀ ਅਸੀਂ ਗੱਲ ਕਿਹਦੇ ਨਾਲ ਕਰੀਏ? ਕਰਦੇ ਜੀ ਗੱਲ ਤੁਸੀਂ, ਤੁਹਾਡੀ ਸਰਕਾਰ ਹੈ ਬੀਜੇਪੀ ਦੀ। ਹੁਣ ਵੀ ਪਤਾ ਨਹੀਂ ਉਹ ਕਿਹੜੇ ਸੰਵਿਧਾਨ ਦੀ ਗੱਲ ਸੰਵਿਧਾਨ ਦੀ ਜਿਹੜੀ ਗੱਲ ਤੁਸੀਂ ਕਰਦੇ ਹੋ ਜੀ, ਗੱਲ ਸੁਣੋ, ਤੁਹਾਡੀ ਆ ਸਰਕਾਰ ਇਸ ਟਾਈਮ। ਚੰਨੀ ਸਾਹਿਬ ਤੁਸੀਂ ਹੋ ਸਿੱਖ, ਅਸਲ ਦੇ ਕਾਂਗਰਸ ਨੇ ਕੀਤੀ ਹੈ ਨਸਲਕੁਸ਼ੀ ਸਾਡੀ। ਅਸਲ ਦੇ ਵਿੱਚ ਬੀਜੇਪੀ ਦਾ ਲੀਡਰ ਕਰੋ, ਕਿਹੜਾ ਕੰਮ ਕਰਦੇ ਨਵਾਂ? ਇੱਕ ਸੈਕਿੰਡ ਗੋਪਾਲ ਜੀ, ਅਸਲ ਦੇ ਵਿੱਚ ਗੱਲ ਇਹ ਹੈ, ਉਹ ਇਲੈਕਟਡ ਬਾਡੀ ਦੀ ਗੱਲ ਕਰ ਰਹੇ ਹੈ ਕਿ ਸਿਮਰਨਜੀਤ ਸਿੰਘ ਮਾਨ ਪਹਿਲਾਂ ਵੀ MP ਬਣੇ, ਹੁਣ ਵੀ ਬਣੇ। ਜੇ ਜਿਹੜਾ ਇਲੈਕਟਡ ਬੰਦਾ ਹੁੰਦਾ ਉਹਦੇ ਨਾਲ ਗੱਲਬਾਤ ਹੋ ਜਾਂਦੀ ਹੈ ਜਾਂ ਉਹ ਆਪਣੀ ਗੱਲ ਰੱਖ ਸਕਦਾ। ਨਹਿਰੂ ਤੇ ਗਾਂਧੀ ਜੀ ਮੈਂ ਕਹਿੰਦਾ ਜੀ ਉਹੀ, ਜਦੋਂ ਤੁਸੀਂ ਇੱਕ ਕਮਿਊਨਿਟੀ ਬੈਠੀ ਹੈ, ਕਮਿਊਨਿਟੀ ਦੇ ਨਾਲ ਗੱਲ ਹੁੰਦੀ ਹੈ ਜੀ। ਇਹ ਤਾਂ ਨਹੀਂ ਜ਼ਰੂਰੀ ਵੀ ਇੱਕ ਸਾਡੇ ਜਿਹੜੇ ਰਾਜੇ ਸੀ ਕੁਛ, ਉਹਨਾਂ ਨੇ ਅੰਗਰੇਜ਼ਾਂ ਦੀ ਗੁਲਾਮੀ ਮੰਨ ਲਈ ਸੀਗੀ ਵੀ ਅਸੀਂ ਤੁਹਾਡੇ ਨਾਲ ਆ, ਤੁਸੀਂ ਸਾਨੂੰ ਸਰਦਾਰੀਆਂ ਤੇ ਜੋ ਸਾਨੂੰ ਦਿੰਦੇ ਹੋ। ਮੈਂ ਟਾਂਡਾ ਸਾਹਿਬ ਦੀ ਗੱਲ ਵਿੱਚ ਰਹਿ ਗਈ ਸੀ। ਟਾਂਡਾ ਸਾਹਿਬ ਲੋਕਾਂ ਨੇ ਗੱਲ ਮੰਨੀ ਸੀ ਜੀ, ਉਹਨਾਂ ਗੱਲ ਦੀ। ਟਾਂਡਾ ਸਾਹਿਬ ਤੁਸੀਂ ਆਪਣੀ ਗੱਲ ਪੂਰੀ ਕਰੋ ਜੀ, ਵਿੱਚੋਂ ਕਰੈਕਸ਼ਨ ਹੋ ਗਿਆ ਸੀ, ਡਿਸਕਨੈਕਟ ਜੀ, ਪੂਰੀ ਕਰ ਲਓ ਸਰ। ਇਹ ਜਿਹੜੀ ਕਮਿਸ਼ਨ ਹੈ ਇਹਨੇ ਬਹੁਤ ਡਿਟੇਲਡ ਰਿਪੋਰਟ ਦਿੱਤੀ ਹੈ। ਡਿਟੇਲਡ ਰਿਪੋਰਟ ਉਹਨਾਂ ਨੇ ਬੜੀ ਕਰੈਕਟ ਦਿੱਤੀ ਹੈ ਕਿ ਬ੍ਰਿਟਿਸ਼ ਸੋਇਲ ਕੱਲੀ ਨਹੀਂ, ਕੈਨੇਡਾ ਦੇ ਵਿੱਚ ਵੀ, ਅਮਰੀਕਾ ਦੇ ਵਿੱਚ ਵੀ ਜਿਹੜੇ ਫਿਊ ਫ੍ਰਿੰਜ ਐਲੀਮੈਂਟਸ ਹੈ, ਰੈਡੀਕਲਸ ਹੈ,
ਉਹ ਮਾਹੌਲ ਵਿਗਾੜ ਰਹੇ ਆ, ਚਾਹੇ ਉਹ ਹਿੰਦੂਆਂ ਚੋਂ ਹੋਣ, ਚਾਹੇ ਉਹ ਸਿੱਖਾਂ ਚੋਂ ਹੋਣ, ਚਾਹੇ ਮੁਸਲਮਾਨਾਂ ਚੋਂ ਹੋਣ। ਠੀਕ ਹੈ ਕਿ ਇਹਨਾਂ ਨਾਲ ਮੀਨਿੰਗਫੁਲ ਡਾਇਲੌਗ ਹੋਣਾ ਚਾਹੀਦਾ ਹੈ, ਇਹਨਾਂ ਦੀ ਇਸ ਕਿਸਮ ਦੀ ਐਕਟੀਵਿਟੀ ਨੂੰ ਡਿਸੂਏਡ ਕਰਨਾ। ਇਹਦੇ 'ਚ ਕੋਈ ਮਾੜੀ ਨਹੀਂ ਹੈ, ਬੜੀ ਅੱਛੀ। ਮੈਂ ਤਾਂ ਸਮਝਦਾ ਸਾਡੀ ਕੰਟਰੀ 'ਚ ਵੀ ਇੱਕ ਐਸੀ ਕਮਿਸ਼ਨ ਬਣਨੀ ਚਾਹੀਦੀ ਹੈ ਜਿਹੜੀ ਅੰਡਰਸਟੈਂਡ ਕਰੇ ਪਾਲ ਵਰਗੇ ਵੀਰ ਇੰਨੇ ਗੁੱਸੇ 'ਚ ਕਿਉਂ ਬੋਲਦੇ, ਇੰਨਾ ਕੁਝ ਕਿਉਂ ਗੱਲਾਂ ਕਰਦੇ ਆ, ਕਿਉਂ ਉਲਟ ਬੋਲਦੇ ਨੇ, ਕਿਉਂ ਵਾਈ ਸਫੋਕੇਟਡ, ਕਿਉਂ ਖਾਲਿਸਤਾਨ ਦਾ ਧੁਰਾ ਲਾਹੌਰ ਨਹੀਂ ਬਣਦਾ, ਕਿਉਂ ਪਾਕਿਸਤਾਨ ਨਾਲ ਪਿਆਰ ਹੈ, ਕਿਉਂ ਪਾਕਿਸਤਾਨ ਦੇ ਕਹੇ ਦੇ ਉੱਤੇ ਇਸ਼ਾਰਿਆਂ ਤੇ ਚੱਲਦੇ ਆ, ਕਿਉਂ ਇਸ ਸਟੇਟ ਨੂੰ ਗਾਲਾਂ ਕੱਢਦੇ ਆ, ਕਿਉਂ ਸਟੇਟ ਦੇ ਵਿੱਚ ਆਪਣੇ ਆਪ ਨੂੰ ਮਹਿਸੂਸ ਕਰਦੇ ਆ। ਇਹਨਾਂ ਦੇ ਵੀ ਵਜ੍ਹਾ ਹੋਣੇ ਆ, ਜਿਹੜਾ ਸਫੋਕੇਟਡ ਇੰਨੇ ਗੁੱਸੇ ਬੋਲਦੇ ਆ, ਮਹਿਸੂਸ ਕਰਦੇ ਆ। ਹੈ ਸਾਡੇ ਨਾਲ ਵਿਤਕਰੇ ਹੈ ਪੰਜਾਬ ਦੇ ਨਾਲ, ਇਕੱਲੇ ਪੰਜਾਬ ਨਾਲ ਨਹੀਂ, ਸਾਰੀਆਂ ਸਟੇਟਸ ਨਾਲ। ਫੈਡਰਲ ਸਟਰਕਚਰ ਜਿਹੜਾ ਅੰਬੇਦਕਰ ਸਾਹਿਬ ਨੇ ਜਦ ਕਨਸਟੀਟਿਊਐਂਟ ਅਸੈਂਬਲੀ ਤੋਂ ਪਹਿਲਾਂ ਡਿਬੇਟ ਹੋਈ ਹੈ, ਜਦ ਚਾਰਟਰ ਨੂੰ ਐਕਸੈਪਟ ਕੀਤਾ, ਉਹਦੇ ਚ 3rd ਚੈਪਟਰ ਇਹ ਕਿਹਾ ਸੀਗਾ ਕਿ ਸਾਡਾ ਕੋਈ ਮਕਸਦ ਨਹੀਂ ਹੈ ਕਿ ਡੋਮੀਨੈਂਟ ਕੰਟਰੀ ਬਣੀਏ, ਅਸੀਂ ਆਟੋਨੋਮਸ ਸਟੇਟਸ ਬਣਾਉਣੀਆਂ ਚਾਹੁੰਦੇ ਹਾਂ। ਸੈਂਟਰ ਕੋਲ ਬੜਾ ਲਿਮਿਟਡ ਅਥਾਰਟੀ ਹੋਊਗੀ, ਉਹ ਚੀਜ਼ ਨੂੰ ਲਾਗੂ ਕੀਤਾ ਜਾਵੇ। ਠੀਕ ਹੈ। ਤੁਸੀਂ ਸਿੱਖਾਂ ਦੇ ਉੱਤੇ ਹਮੇਸ਼ਾ ਦੇਖੋ, ਹੁਣ 4 ਦਿਨ ਪਹਿਲਾਂ ਇੱਕ ਹਰਮੰਦਰ ਸਾਹਿਬ ਦੇ ਵਿੱਚ ਇੱਕ ਗੰਨਾ ਤੇ ਤਿਰੰਗਾ ਬਣਾ ਕੇ ਨੈਸ਼ਨਲ ਟੀਵੀ ਨੇ ਕਿਉਂ ਮਜ਼ਾਕ ਉਡਾਇਆ, ਜਿਵੇਂ ਕਿ ਸਿੱਖ ਵਿਦਰੋਹੀ ਹੁੰਦੇ ਆ, ਸਿੱਖ ਜਿਵੇਂ ਇਸ ਨੇਸ਼ਨ ਤੇ ਉਲਟ ਹੈ, ਸਿੱਖ ਜਿਹੜੇ ਬਾਗੀ ਹੈ। ਜੇ ਕਿਤੇ ਹੋਰ ਇਸ਼ੂ ਜਿਵੇਂ ਹੈ ਹੀ ਨਹੀਂ, ਜਦ 5 ਕੁਰਬਾਨੀਆਂ ਹੋਈਆਂ ਰੀਸੈਂਟਲੀ ਜਿਹਦੇ ਚੋਂ 4 ਸਿੱਖ ਸੀ, ਉਹ ਤਿਰੰਗੇ ਚੋਂ ਆਇਆ, ਉਹ ਤਿਰੰਗਾ ਕਿਉਂ ਨਹੀਂ ਨਜ਼ਰ ਆਉਂਦਾ? ਇਹ ਮਹਿਸੂਸ ਹੁੰਦਾ ਹੈ ਗੁਰਪਤੀਆਂ ਆਵਾਜ਼ਾਂ ਉੱਠਦੀਆਂ ਤਾਂ ਜਾਂ ਸਾਡੀ ਗਵਰਨਮੈਂਟ ਸਹੀ ਕੰਮ ਨਹੀਂ ਕਰਦੀ। ਹੁਣ ਸਾਨੂੰ ਤਾਂ ਇਹ ਵੀ ਮਹਿਸੂਸ ਹੁੰਦਾ ਹੈ ਕੀ ਅੰਮ੍ਰਿਤਪਾਲ ਹੈ, ਅੰਮ੍ਰਿਤਪਾਲ ਤੋਂ ਦੱਸੋ ਕਿਹੜਾ ਵੈਪਨ ਲੱਭਿਆ ਅੰਮ੍ਰਿਤਪਾਲ ਤੋਂ? ਅੱਜ ਤੁਸੀਂ ਰਿਪੋਰਟਾਂ ਦੀ ਠੋਕੇ ਨਿਊਜ਼ ਵੀ ਕਰ ਰਹੇ ਸੀ, ਇੱਕ ਵੀ ਨਜਾਇਜ਼ ਵੈਪਨ ਲੱਭਿਆ ਉਹਨਾਂ ਤੋਂ। ਜਿੰਨੇ ਸੀਗੇ ਬੰਦੇ ਹਾਇਰ ਕੀਤੇ ਹੋਏ ਸੀ ਐਕਸ ਫੌਜੀ, ਉਹਨੇ ਗਾਰਡਸ ਆਪਣੇ ਬਣਾ ਉਹਨੂੰ ਕਹਿੰਦਾ ਜਬਰਨ ਵੈਪਨ ਲੈ ਲੈ, ਜਬਰਨ ਫਲਾਨਾ ਕਰ ਲਿਆ। ਇਹ ਨਰੇਟਿਵ ਬਣਾ ਕੇ ਪੰਜਾਬ 'ਚ ਰੱਬ ਦੇ ਵਾਸਤੇ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ। ਮੇਰੇ ਤੇ ਕੁੱਕੀ ਵਰਗੇ ਬੰਦਿਆਂ ਨੂੰ ਡਿਫੈਂਸਿਵ ਹੋਣਾ ਪੈ ਜਾਂਦਾ ਗੋਪਾਲ ਵਰਗੀਆਂ ਆਵਾਜ਼ਾਂ ਤੇ, ਜਿਹੜੇ ਕਿ ਮਾਫ ਕਰਨਾ ਗੋਪਾਲ ਜੀ, ਤੁਸੀਂ ਬਹੁਤ ਗੁੱਸੇ 'ਚ ਬੋਲ ਜਾਂਦੇ ਹੋ। ਤੁਸੀਂ ਸਾਡੇ ਨਾਲ ਤਾਂ ਬੈਠੋ ਪਹਿਲਾਂ ਕਰਕੇ, ਤੁਸੀਂ ਸਾਨੂੰ ਦੱਸੋ ਕਿ ਆਸਟ੍ਰੇਲੀਆ ਦੇ ਵਿੱਚ ਮੰਦਰਾਂ ਦੇ ਉੱਤੇ ਗਾਲਾਂ ਲਿਖ ਕੇ ਕਾਲਸ ਨਾਲ ਕੀ ਲੱਭਦਾ ਜੀ? ਕਿਹੜੀ ਹੈਟਰੇਡ ਹੈ? ਕਿਹੜਾ ਸਿੱਖ ਦਾ ਜਿਹੜਾ ਆਪਾਂ ਪੂਰਾ ਕਰਦੇ ਆ? ਇਹਦੇ ਬਾਰੇ ਦੱਸ ਦਿਓ। ਮੈਂ ਕਹਾਂਗਾ ਜੀ, ਅਸੀਂ ਪੰਜਾਬੀ, ਤੁਸੀਂ ਪੰਜਾਬੀ, ਚਲੋ ਦੱਸ ਦਿਓ ਫਿਰ। ਮੈਂ ਕੁੱਕੀ ਜੀ ਠੀਕ ਹੈ ਟਾਡਾ ਜੀ, ਆਪਣੇ ਕੋਲੇ ਸਮਾਂ ਘੱਟ ਹੈ, ਮੈਂ ਥੋੜਾ ਬਰੀਫ ਰੱਖਣਾ ਚਾਹੁੰਦਾ। ਟਾਡਾ ਜੀ ਜਿਹੜੀ ਗੱਲ ਕਹੀ ਹੈ, ਟਾਡਾ ਜੀ ਜਿਹੜੀ ਦੱਸ ਜੀ, ਮੈਂ ਗੁੱਸਾ ਨਹੀਂ ਕਰਾਂਗਾ। ਟਾਡਾ ਜੀ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਮੰਦਰਾਂ ਦੇ ਉੱਤੇ ਖਾਲਿਸਤਾਨ ਲੱਗ ਕੇ ਕਿਹੜਾ ਲੈ ਲਵੋਗੇ, ਪਹਿਲੀ ਗੱਲ ਤਾਂ ਸਿੱਖਾਂ ਦਾ ਮਤਲਬ ਇਹ ਨਹੀਂ ਹੈਗਾ ਵੀ ਕਿਤੇ ਮਸਜਿਦ ਦੇ ਉੱਤੇ ਖਾਲਿਸਤਾਨ ਲਿਖਤਾ ਵੀ ਉਹ ਖਾਲਿਸਤਾਨ ਬਣ। ਨਹੀਂ, ਮੇਰੀ ਗੱਲ ਤਾਂ ਸੁਣੋ, ਮੇਰੀ ਗੱਲ ਸੁਣੋ ਟਾਡਾ ਸਾਹਿਬ, ਮੇਰੀ ਗੱਲ ਸੁਣ ਲਓ, ਮੈਂ ਆਪ ਜੀ ਦੀ ਸੁਣੀ ਹੈ। ਟਾਡਾ ਸਾਹਿਬ ਮੇਰੀ ਗੱਲ, ਮੈਂ ਟਾਡਾ ਸਾਹਿਬ ਦੀ ਖਾਲਿਸਤਾਨ ਵਾਲੀ ਗੱਲ ਦੀ ਗੱਲ ਕੀਤੀ, ਮੈਂ ਤਾਂ ਜਵਾਬ ਦੇ ਦੇਣਾ ਜੀ। ਪਹਿਲੀ ਗੱਲ ਤਾਂ ਹੈ ਜੀ, ਇਹ ਜ਼ਰੂਰੀ ਹੈ ਵੀ ਸਾਡੇ ਬੰਦਿਆਂ ਨੇ ਲਿਖਿਆ ਜੀ ਕਿਹੜੀ ਕਰਤੂਤ ਹੋ ਸਕਦੀ ਹੈ ਇਸ ਬੰਦੇ ਦੀ। ਜਦੋਂ ਬੇਅਦਬੀ, ਮੇਰੀ ਗੱਲ ਸੁਣੋ ਜੀ, ਗੱਲ ਸੁਣੋ, ਜਦੋਂ ਬੇਅਦਬੀ ਹੋਈ ਸੀ ਜੀ, ਮੈਂ ਕਿਹਾ ਜੀ ਬਰਗਾੜੀ ਦੀ ਬੇਅਦਬੀ ਹੋਈ ਹੈ, ਸਿੱਖ ਉਧਰ ਦੀ ਗੱਲ ਕਿਉਂ? ਟਾਡਾ ਸਾਹਿਬ ਸੁਣਤਾ ਲਓ, ਟਾਡਾ ਸਾਹਿਬ ਬਰਗਾੜੀ ਦੀ ਬੇਅਦਬੀ ਹੋਈ, ਸ਼ਰਾਰਤੀ ਬੰਦਿਆਂ ਨੇ ਗੀਤਾ ਦੇ ਵੀ ਪੱਤਰੇ ਪਾੜ ਕੇ ਛਿੜ ਦਿੱਤੇ ਤਾਂ ਕਿ ਸਿੱਖਾਂ ਤੇ ਹਿੰਦੂਆਂ ਦਾ ਕਲੈਸ਼ ਹੋ ਜੇ। ਇਹ ਸ਼ਰਾਰਤੀ ਬੇਅਦਬੀ ਨਹੀਂ ਹੁੰਦੀ। ਮੈਂ ਕਿਹਾ ਸਿੱਖ ਕਦੇ, ਸਿੱਖਾਂ ਦਾ ਕਦੇ ਵੀ ਇਸ ਤਰੀਕੇ ਦੇ ਨਾਲ ਖਾਲਿਸਤਾਨ ਨਹੀਂ ਬਣਦਾ। ਸਿੱਖ ਤਾਂ ਮੰਦਰਾਂ ਦੀ ਰਾਖੀ ਕਰਨ ਵਾਲੇ ਨੇ, ਸਾਡੇ ਤਾਂ ਗੁਰੂ ਤੋਂ ਪਹਿਲਾਂ ਸ਼ੁਰੂ ਹੋਇਆ ਜੀ। ਤੁਸੀਂ ਤਾਂ ਆਪ ਅਕਾਲੀ ਹੋ ਟਾਡਾ ਸਾਹਿਬ, ਤੁਸੀਂ ਤਾਂ ਆਪ ਅਕਾਲੀ ਹੋ। ਮੈਨੂੰ ਖੁਸ਼ੀ ਹੁੰਦੀ ਹੈ ਵਕੀਲ ਵੀ ਹੋ, ਅਕਾਲੀ ਦਲ ਦੇ ਵਿੱਚ ਵੀ ਹੋ, ਪਰ ਸਿੱਖਾਂ ਦਾ ਕਨਸੈਪਟ ਗੁਰੂ ਨਾਨਕ ਦੇਵ ਤੋਂ ਸ਼ੁਰੂ ਹੁੰਦਾ। ਸਿੱਖ ਕਦੇ ਵੀ ਮੰਦਿਰ, ਕਦੇ ਮਸਜਿਦ, ਕਿਸੇ ਨੂੰ ਢਾਉਣ ਦੀ, ਕਿਤੇ ਬੁੱਧ ਧਰਮ ਨੂੰ ਕਦੇ ਵੀ ਨੁਕਸਾਨ ਪਹੁੰਚਾਉਣ ਦੀ ਨਹੀਂ। ਹਾਂ ਠੀਕ ਹੈ, ਸਾਡੇ ਤਾਂ ਢਾਹੇ ਨੇ, ਪਰ ਸਿੱਖ ਕਦੇ ਵੀ ਇਜਾਜ਼ਤ ਨਹੀਂ ਦਿੰਦਾ। ਚਲੋ ਮੈਂ ਕੁੱਕੀ ਜੀ ਕੁਛ ਜੀ, ਕੁੱਕੀ ਜੀ ਤੁਸੀਂ ਕਹਿ ਸਕਦੇ ਹੋ ਆਪਣੀ ਗੱਲ। ਜਿਹੜੀ ਇਹ ਰਿਪੋਰਟ ਆ ਨਾ ਬਲੂਮ ਦੀ, ਬਲੂਮ ਇੱਕ ਇੰਡੀਪੈਂਡੈਂਟ ਫੇਥ ਐਨਗੇਜਮੈਂਟ ਗਰੁੱਪ ਆ, ਜਿਹਦਾ ਮਨੋਰਥ ਯੂਕੇ ਗਵਰਨਮੈਂਟ ਵੱਲੋਂ ਇਹ ਸਿੱਧ ਕੀਤਾ ਗਿਆ ਕਿ ਡਿਫਰੈਂਟ ਜਿਹੜੇ ਵਰਗ ਨੇ ਉਹਨਾਂ ਦੇ ਨਾਲ ਐਨਗੇਜਮੈਂਟ ਕੀਤੀ ਜਾਵੇ, ਵਾਰਤਾਲਾਪ ਕੀਤਾ ਜਾਵੇ, ਉਹਨਾਂ ਦੀ ਸਮੱਸਿਆਵਾਂ ਤੇ ਉਹਨਾਂ ਬਾਰੇ ਜੋ ਚਿੰਤਾਵਾਂ ਨੇ ਤੇ ਜੋ ਉਹਨਾਂ ਵਿੱਚ ਵਰਤਾਰੇ ਵਰਤ ਰਹੇ ਨੇ ਉਹਦੇ ਬਾਰੇ ਅੰਡਰਸਟੈਂਡਿੰਗ ਕੀਤੀ ਜਾਵੇ ਤੇ ਉਹ ਯੂਕੇ ਗਵਰਨਮੈਂਟ ਦੇ ਪ੍ਰਾਈਮ ਮਿਨਿਸਟਰ ਨੂੰ ਦੱਸਿਆ ਜਾਵੇ। ਠੀਕ ਹੈ, ਇਹ ਉਹਦਾ ਮਕਸਦ ਆ। ਉਹਨਾਂ ਦੇ ਮਕਸਦ ਜੋ ਰਿਪੋਰਟ ਚ ਫਾਈਂਡਿੰਗਸ ਆਈਆਂ ਨੇ ਕਿ ਜਿਹੜਾ ਇਹ ਫ੍ਰਿੰਜ ਐਲੀਮੈਂਟਸ ਆ, ਜਿਹੜਾ ਕਿ ਮੰਦਰਾਂ ਦੀਆਂ ਕੰਧਾਂ ਕਾਲੀਆਂ ਕਰਦੇ ਨੇ, ਪੰਜਾਬ ਵਿੱਚ ਵੀ ਕੰਧਾਂ ਕਾਲੀਆਂ ਕਰਦੇ ਨੇ ਤੇ ਫੂਕੇ ਨਾਰੇ ਲਾਉਂਦੇ ਨੇ, ਧਮਕੀਆਂ ਦਿੰਦੇ ਨੇ। ਉਹਨਾਂ ਨੇ ਕਿਹਾ ਕਿ ਉਹ ਜਿਹੜਾ ਫ੍ਰਿੰਜ ਐਲੀਮੈਂਟਸ ਆ, ਜਿਹੜੀ ਰਿਸਪੈਕਟੇਬਲ ਫਿਗਰਸ ਨੇ ਸਿੱਖਸ ਦੀਆਂ,
ਜਿਨ੍ਹਾਂ ਦਾ ਲੰਮਾ ਇਤਿਹਾਸ ਆ, ਵੈਲ ਐਸਟੈਬਲਿਸ਼ਡ ਨੇ, ਠੀਕ ਹੈ, ਉਹ ਜਦੋਂ ਕੋਈ ਮਾਡਰਨਿਟੀ ਦੀ ਗੱਲ ਕਰਦੇ ਆ ਉਹਨੂੰ ਇਹ ਦਬਾਉਣਾ ਚਾਹੁੰਦੇ ਆ, ਠੀਕ ਹੈ, ਕਿਉਂਕਿ ਇਹ ਵੋਸੀਫੋਰਸ ਆ। ਮੈਂ ਬਹੁਤ ਚਿਰ ਤੋਂ ਕਹਿ ਰਿਹਾ ਕਿ ਜਿਹੜਾ ਇਸ ਤਰ੍ਹਾਂ ਦਾ ਵਰਤਾਰਾ ਹੈਗਾ, ਠੀਕ ਹੈ, they are running after the shadows and running away from reality, ਕਿਉਂਕਿ ਇਹਨਾਂ ਦੀ ਰਿਐਲਿਟੀ ਨਾਲ ਕੋਈ ਦਿੱਖ ਰਲਦੀ ਨਹੀਂ। ਇਹ ਜਦੋਂ ਪਾਰਲੀਮੈਂਟ 'ਚ ਜਾਣਾ ਹੁੰਦਾ, ਇੱਕ ਮਿੰਟ ਮੈਂ ਪੂਰਾ ਕਰ ਲੈਣਾ ਜੀ। ਜਦੋਂ ਪਾਰਲੀਮੈਂਟ 'ਚ ਜਾਣਾ ਹੁੰਦਾ, ਜਦੋਂ ਲੋੜ ਸੀ ਪਾਰਲੀਮੈਂਟ ਵਿੱਚ ਜਾ ਕੇ ਬੋਲਣ ਦੀ ਕਿ ਕਿਸ ਤਰ੍ਹਾਂ ਘਿਨਾਉਣਾ ਅਤਿਆਚਾਰ ਪੰਜਾਬ 'ਚ ਹੋ ਰਿਹਾ, ਜਿਹਦੇ ਬਾਰੇ ਬੀਡੀ ਪਾਂਡੇ ਨੇ ਵੀ ਲਿਖਿਆ ਕਿ ਇਸ ਤਰ੍ਹਾਂ ਦੀ ਇੱਥੇ ਕੋਈ ਸਿਚੁਏਸ਼ਨ ਨਹੀਂ ਸੀ ਕਿ ਇੰਡੀਅਨ ਆਰਮੀ ਨੂੰ ਅਟੈਕ ਕਰਨਾ ਪਵੇ। ਉਹਦੇ ਨਾਲ ਜਨਰਲ ਸੁੰਦਰ ਜੀ ਵੀ ਐਗਰੀ ਕਰਦਾ ਸੀ, ਪਰ ਉਹ ਗਵਰਨਮੈਂਟ ਦਾ ਜੋ ਮਨਸੂਬਾ ਸੀ ਉਹਦੇ ਬਾਰੇ ਜਦੋਂ ਇੰਡੀਅਨ ਪਾਰਲੀਮੈਂਟ ਵਿੱਚ ਦੱਸਣਾ ਸੀ, ਇਸੇ ਤਰ੍ਹਾਂ ਕੈਨੇਡੀਅਨ ਪਾਰਲੀਮੈਂਟ ਵਿੱਚ ਜਦੋਂ ਮਾਨ ਨੂੰ ਮੌਕਾ ਮਿਲਿਆ, ਸਿਮਰਨਜੀਤ ਮਾਨ ਨੂੰ, ਇਹ ਆਪਣੀ ਕਿਰਪਾਨ ਦਾ ਇਸ਼ੂ ਲੈ ਕੇ ਬਹਿ ਗਿਆ। ਹੁਣ ਦੇਖੋ ਕਿੰਨੇ ਮਹੀਨਿਆਂ ਤੋਂ ਇਹ ਇੰਡੀਅਨ ਪਾਰਲੀਮੈਂਟ ਵਿੱਚ ਨੇ, ਕਿਹੜਾ ਇਹਨਾਂ ਨੇ ਇਸ ਇਸ਼ੂ ਬਾਰੇ ਗੱਲ ਕੀਤੀ ਆ। ਜਿਹੜਾ ਇਹ ਬਾਹਰ ਇੱਕ ਫੋਕੇ ਐਕਸੀਡੈਂਟ ਨੂੰ ਕੌਮੀ ਯੋਧਾ ਬਣਾ ਰਹੇ ਨੇ, ਉਹਦੇ ਬਾਰੇ ਕੀ ਪਾਰਲੀਮੈਂਟ 'ਚ ਗੱਲ ਕੀਤੀ ਹੈ? ਮੈਂ ਅਸਲ ਦੇ ਵਿੱਚ ਇੱਕ ਸੈਕਿੰਡ, ਇਹ ਨਿੱਜੀ ਲੈ ਜਾਂਦੇ ਨੇ ਤੁਸੀਂ ਗੋਪਾਲ ਜੀ। ਅਸਲ ਦੇ ਵਿੱਚ ਇਸ਼ੂ ਦੋ ਰਲਗੱਡ ਹੋ ਰਹੇ ਨੇ। ਜਿਹੜੀ ਗੱਲ ਕੁੱਕੀ ਜੀ ਕਰ ਰਹੇ ਨੇ ਕਿ ਜਿਹੜੀ ਰਿਪੋਰਟ ਕਹਿ ਰਹੀ ਹੈ ਕਿ ਤੁਹਾਡੇ, ਤੁਸੀਂ ਕੀ ਗੱਲ ਕਰ ਰਹੇ ਹੋ? ਤੁਸੀਂ ਇਹ ਕਹਿ ਰਹੇ ਹੋ ਵੀ ਜਿਹੜੇ ਕੰਸਰਨ ਨੇ ਹਨਾ ਉਹਨਾਂ ਨੂੰ ਐਡਰੈਸ ਕੀਤਾ ਜਾਵੇ, ਕਿਸੇ ਨੇ ਐਡਰੈਸ ਨਹੀਂ ਕੀਤਾ, ਇਸ ਕਰਕੇ ਉਹ ਚੀਜ਼ ਕਿਤੇ ਨਾ ਕਿਤੇ ਜਾ ਕੇ ਫਰਸਟ੍ਰੇਸ਼ਨ ਪੈਦਾ ਕਰ ਦਿੰਦੀ ਹੈ ਤੇ ਫਿਰ ਬੰਦਾ ਗੁੱਸਾ ਜ਼ਾਹਿਰ ਕਰਦਾ ਹੈ। ਜੇ ਉਹਨਾਂ ਨੇ ਇਹ ਰਿਪੋਰਟ ਦੇ ਵਿੱਚ ਲਿਖਿਆ ਹੈ ਜਾਂ ਕਿਹਾ ਹੈ ਜਾਂ ਸੁਜੈਸਟ ਕੀਤਾ ਹੈ ਕਿ ਉਹਨਾਂ ਨੂੰ ਮਿਲ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ, ਤਾਂ ਜਿਹੜੇ ਕੰਧਾਂ ਤੇ ਨਾਰੇ ਲਿਖਤੇ ਜਾਂ ਜਿਹੜੇ ਇਹ ਚੀਜ਼ਾਂ ਕਿਤੇ ਨਾ ਕਿਤੇ ਉਸ ਟਾਕ ਦੇ ਵਿੱਚ ਅੜਿੱਕਾ ਬਣਦੀਆਂ, ਇਹ ਇਸ ਚੀਜ਼ ਨੂੰ ਮੰਨਦੇ ਹੋ? ਮੈਂ ਇਸ ਗੱਲ ਦੀ ਨਿਖੇਧੀ ਕਰਦਾ ਵੀ ਮੰਦਿਰ ਹੋਵੇ, ਮਸਜਿਦ ਹੋਵੇ, ਚਾਹੇ ਬੋਧੀਆਂ ਦਾ ਮੱਠ ਹੋਵੇ, ਚਾਹੇ ਕੋਈ ਵੀ ਹੋਵੇ, ਉਸ ਨੂੰ ਕਦੇ ਵੀ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ। ਉਹਦੇ ਉੱਤੇ ਇਹ ਨਾਰੇ ਨਹੀਂ, ਤੁਸੀਂ ਇਹ ਸਮਝਦੇ ਹੋ ਵੀ ਜਿਹੜਾ ਵੀ ਤੁਸੀਂ ਇਹ ਸਮਝਦੇ ਹੋ ਵੀ ਜਿਹੜਾ ਵੀ ਇਹ ਕਰਦਾ ਹੈ ਉਹ ਉਸ ਗੱਲਬਾਤ ਨੂੰ ਜਿਸ ਦਾ ਜ਼ਿਕਰ ਇਸ ਰਿਪੋਰਟ ਦੇ ਵਿੱਚ ਕੀਤਾ ਹੈ ਕਿ ਹੋਣੀ ਚਾਹੀਦੀ ਹੈ, ਉਹਨੂੰ ਰੋਕਦਾ ਹੈ, ਉਹਦੇ ਚ ਰੋੜਾ ਬਣਦਾ, ਉਹ ਜਸਟੀਫਾਈ ਕਰਨਾ ਚਾਹੀਦਾ। ਕਿਹੜਾ ਲੱਭੋ, ਸਾਡਾ ਤਾਂ ਕੋਈ ਹੈ ਨਹੀਂ, ਜੇ ਕੋਈ ਹੈਗਾ ਤਾਂ ਸਾਨੂੰ ਦੱਸ ਦਿਓ। ਜਿਹੜੀ ਕੁੱਕੀ ਸਾਹਿਬ ਨੇ ਗੱਲ ਕੀਤੀ ਹੈ ਵੀ ਇੰਡੀਅਨ, ਸਾਡਾ ਤਾਂ ਮੈਂਬਰ ਪਾਰਲੀਮੈਂਟ ਇੱਕ ਹੈ, ਪਰ ਪਾਰਟੀ ਪ੍ਰੈਜ਼ੀਡੈਂਟ ਵੀ ਹੈ, ਸਾਨੂੰ ਤਾਂ ਜਾਣ ਕੇ 3 ਮਿੰਟ ਹੀ ਦਿੰਦੇ ਨੇ। 3 ਮਿੰਟਾਂ 'ਚ ਤਾਂ ਸ਼ੁਰੂਆਤ ਹੀ ਹੁੰਦੀ ਹੈ, ਬੰਦੇ ਨੂੰ ਵੱਧ ਦੇ ਦਿਓ, ਅਸੀਂ ਸਾਰਾ ਕੁਝ ਟੇਬਲ ਟਾਕ ਕਰ ਲਾਂਗੇ ਜੀ। ਕਿਉਂਕਿ ਸਾਹਿਬ ਨੂੰ ਬੇਨਤੀ ਕਰਦਾ ਵੀ ਅਸੀਂ ਤਾਂ ਕਰਦਾ ਇਸ਼ੂਆਂ ਦੀ ਗੱਲ। ਚੰਨੀ ਜੀ ਇਸ ਦਾ ਜਵਾਬ ਥੋੜਾ ਦੇ ਸਕਦੇ ਆ ਬਿਹਤਰ। ਚੰਨੀ ਜੀ, ਗੱਲ ਇਹ ਹੈ ਵਿਜੇਪਾਲ ਜੀ ਕਿ ਉਸ ਅਨਫੋਰਚੂਨੇਟ ਪਾਰਟ ਕੀ ਹੈ, ਪਹਿਲਾਂ ਤੇ ਦੱਸਣ ਵੀ ਕੀ ਇਹ ਗੁਰਪਤਵੰਤ ਪੰਨੂ ਦੇ ਹਾਮੀ ਹੈਗੇ ਕਿ ਨਹੀਂ? ਮੈਂ ਐਗਜ਼ੈਕਟਲੀ ਉਹੀ ਜ਼ਿਕਰ ਕਰ ਰਿਹਾ ਵੀ ਉਹ ਲੋਕ ਜਿਹੜੇ ਰਿਪੋਰਟ ਦੇ ਵਿੱਚ ਸੁਜੈਸ਼ਨਸ ਨੇ ਕਮਿਸ਼ਨ ਦੀ, ਉਸ ਦੇ ਵਿੱਚ ਇਹੀ ਚੀਜ਼ਾਂ ਲਿਖੀਆਂ ਨੇ ਕਿ ਇਹ ਉਸ ਗੱਲਬਾਤ ਨੂੰ ਸ਼ੁਰੂ ਨਹੀਂ ਹੋਣ ਦਿੰਦੇ ਜਾਂ ਚਾਹੁੰਦੇ ਨਹੀਂ ਕਿ ਉਹ ਹੋਵੇ। ਪਹਿਲੀ ਗੱਲ, ਚੰਨੀ ਸਾਹਿਬ, ਗੁਰਪਤਵੰਤ ਸਿੰਘ ਪੰਨੂ ਜੀ ਸਿੱਖ ਫਾਰ ਜਸਟਿਸ ਦੇ ਆਪ ਉਹ ਕਰਤਾ ਧਰਤਾ ਨੇ, ਸਾਡੀ ਪਾਰਟੀ ਦੇ ਨਹੀਂ। ਸਾਡੀ ਪਾਰਟੀ ਦੇ ਪ੍ਰਧਾਨ ਨੇ ਸਰਦਾਰ ਸਿਮਰਜੀਤ ਸਿੰਘ ਮਾਨ। ਉਹੀ ਫ੍ਰਿੰਜ ਐਲੀਮੈਂਟ ਦੀ ਗੱਲ ਹੋ ਰਹੀ ਹੈ ਨਾ ਗੋਪਾਲ ਜੀ। ਜੇ ਤੁਹਾਡੇ ਕੋਲ ਹੈ ਤੁਸੀਂ ਉਹਦੇ ਨਾਲ ਗੱਲ ਕਰੋ ਜੀ, ਉਹਦੇ ਨਾਲ। ਸਾਡੇ ਨਾਲ ਤਾਂ ਹੈ ਨਹੀਂ। ਤੁਹਾਡੇ ਨਾਲ ਹੈ ਨਹੀਂਗੇ, ਇੱਕ ਸੈਕਿੰਡ ਗੋਪਾਲ ਜੀ, ਤੁਹਾਡੇ ਨਾਲ ਹੈ ਨਹੀਂਗੇ, ਪਰ ਗੱਲ ਤਾਂ ਫਿਰ ਆਪਾਂ ਰਿਪੋਰਟ ਦੀ ਗੱਲ ਕਰ ਰਹੇ ਹਾਂ ਨਾ, ਕਿ ਜਿਹੜੀ ਗੱਲ ਕੁੱਕੀ ਜੀ ਠੀਕ ਤੇ ਕਹਿ ਰਹੇ ਨੇ ਕਿ ਜਿਹੜੇ ਫ੍ਰਿੰਜ ਐਲੀਮੈਂਟਸ ਨੇ ਉਹ ਇਸ ਗੱਲਬਾਤ ਨੂੰ ਜਾਂ ਇਸ ਟਾਕ ਨੂੰ ਉਸ ਲੈਵਲ ਤੱਕ ਆਉਣ ਨਹੀਂ ਦਿੰਦੇ। ਮੈਂ ਕਹਿੰਦਾ ਜੀ ਬਿਲਕੁਲ ਇਹ ਗੱਲ ਕਹਿੰਦੇ ਨੇ, ਪਰ ਉੱਥੇ ਦੀ ਜਿਹੜੀ ਸਰਕਾਰ ਹੈ ਇੰਗਲੈਂਡ ਦੀ ਹੈ, ਜਦੋਂ ਵੀ ਮਹਾ ਸੰਮੇਲਨ ਹੁੰਦਾ ਹੈ, ਜਦੋਂ ਵੀ ਗੱਲ ਚੱਲਦੀ ਆਈ ਹੈ, ਅੱਜ ਦੀ ਨਹੀਂ ਚੱਲਦੀ, ਉਹ ਤਾਂ ਕਸ਼ਮੀਰ ਦੀ ਰਾਇਸਮਾਰੀ ਦੀ ਵੀ ਗੱਲ ਕਰਦੇ ਨੇ। ਉਹ ਤਾਂ ਉੱਥੇ ਦੀ ਵੀ ਉਹਦੀ ਕਹਿੰਦੇ ਨੇ ਰੈਫਰੈਂਡਮ ਹੋਣਾ ਚਾਹੀਦਾ, ਅੱਜ ਤੱਕ ਹੋ ਗਿਆ ਜੀ। ਉਹ ਤਾਂ ਉੱਥੇ ਦੀ ਵੀ ਗੱਲ ਕਰਦੇ ਨੇ। ਜਿਹੜੀ ਗੱਲ ਕਰਦੇ ਨੇ ਉਹ ਤਾਂ ਫਿਰ ਤਿੱਬਤ ਦੀ ਵੀ ਗੱਲ ਕਰਦੇ ਨੇ ਜੀ। ਸੀਰੀਆ 'ਚ ਕੀ ਹੋ ਰਿਹਾ, ਪੂਰੀ ਦੁਨੀਆ ਦੀ ਗੱਲ ਹੋ ਰਹੀ ਹੈ ਜੀ। ਗੱਲ ਦੂਸਰੀ ਕੰਟਰੀ ਦੀ, ਜੇ ਉਰੇ ਗੱਲ ਕਮਿਸ਼ਨ ਬੈਠਦਾ, ਉਰੇ 7-8 ਕਮਿਸ਼ਨ ਬੈਠੇ ਜੀ ਨੈਸ਼ਨਲ। ਨਹੀਂ, ਪਰ ਤੁਹਾਨੂੰ ਨਹੀਂ ਲੱਗਦਾ ਕਿ ਇਹਨਾਂ ਕਾਰਵਾਈਆਂ ਦੇ ਨਾਲ ਜਿਹੜੀ ਇਮੇਜ ਹੈ ਕਮਿਊਨਿਟੀ ਦੀ, ਮੈਂ ਕਿਹਾ ਜੀ ਉਸ ਤੇ ਅਸਰ ਪੈਂਦਾ? ਮੈਂ ਕਹਿੰਦਾ ਜੀ ਜਦੋਂ ਸ਼ੁਰੂਆਤ ਇੱਥੋਂ ਹੋ ਜਾਵੇ, ਜਦੋਂ ਇੱਥੇ ਸ਼ਰਾਰਤੀ ਅਨਸਰ ਗਾਈ ਦੀ ਪੂੰਛ ਵੱਢ ਕੇ ਸਿੰਘ ਕੱਟ ਕੇ ਤੇ ਉੱਥੇ ਜਾ ਕੇ ਡੇਗੇ ਆਉਣ, ਉੱਥੇ ਦੁਰਗਿਆਣਾ ਮੰਦਿਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਹਰਮੰਦਰ ਸਾਹਿਬ ਦੇ ਵਿੱਚ ਹੋ ਜੇ, ਦੋਨੇ ਧਰਮਾਂ ਦਾ ਕਲੈਸ਼ ਪਾਉਣ ਦੀ ਕੋਸ਼ਿਸ਼ ਤਾਂ 84 ਤੋਂ ਪਹਿਲਾਂ ਸ਼ੁਰੂ ਹੋ ਗਈ ਸੀ ਜੀ। ਕੁੱਕੀ ਜੀ ਬਹੁਤ ਛੋਟਾ ਜਿਹਾ ਆਪਣੇ ਕੋਲੇ ਆਖਰੀ 2-3 ਮਿੰਟ ਬਚੇ ਨੇ ਜੀ।
ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਰਿਪੋਰਟ ਆ ਕਾਲਨ ਬਲੂਮ ਦੀ ਉਹ ਬੜੀ ਪੋਜ਼ਿਟਿਵ ਰਿਪੋਰਟ ਆ। ਉਹ ਐਨਗੇਜਮੈਂਟ ਦੀ ਰਿਪੋਰਟ ਆ ਕਿ ਇਹਨਾਂ ਸਾਰੇ ਗਰੁੱਪਸ ਨਾਲ ਐਨਗੇਜਮੈਂਟ ਹੋ ਕੇ ਡਿਸਕਸ਼ਨ ਹੋਵੇ ਵਿਦ ਯੂਕੇ ਗਵਰਨਮੈਂਟ, ਤਾਂ ਕਿ ਜਿਹੜੇ ਇਹਨਾਂ ਦੇ ਨੋਰਮਸ ਨੇ ਉਹ ਸਿਵਲਾਈਜ਼ਡ ਨੋਰਮਸ ਬਾਰੇ ਆਪਣੀ ਨੌਲੇਜ ਅਖਤਿਆਰ ਕਰਨ ਕਿ ਜੇ ਤੁਸੀਂ ਸਿਵਲਾਈਜ਼ਡ ਨੇਸ਼ਨ 'ਚ ਰਹਿਣਾ ਤਾਂ ਤੁਹਾਨੂੰ ਸਿਵਲਾਈਜ਼ਡ ਤਰੀਕੇ ਸਿੱਖਣੇ ਪੈਣਗੇ। ਠੀਕ ਹੈ ਨਾ ਮੈਂ ਇਹਨਾਂ ਦੇ ਜਿਹੜੇ ਸਿੰਪਥਾਈਜ਼ਰਸ ਨੇ, ਜਿਹੜਾ ਇਹ ਦਾਵਾ ਕਰ ਰਹੇ ਜੋ ਵੀ ਹੈਗਾ ਇਹ ਜੀ ਬਈ ਉਹ ਗਊਆਂ ਦੇ ਇੱਥੇ ਇਸੇ ਤਰ੍ਹਾਂ ਦੇ ਜਿਹੜੇ ਕੰਧਾਂ ਕਾਰੀਆਂ ਵਾਲੇ ਨੇ ਨਾ, ਇਹ 84 ਤੋਂ ਪਹਿਲੇ ਪੂਛਾਂ ਵੱਢ ਕੇ ਮੰਦਰਾਂ 'ਚ ਸੁੱਟ ਕੇ ਤੇ ਮੁੜ ਕੇ ਇਹ ਸਰਕਾਰਾਂ ਦੇ ਅਲੰਬਰਦਾਰ ਬਣੇ ਸੀ ਕਿ ਸਾਡੀਆਂ ਪੈਰਲਲ ਗਵਰਨਮੈਂਟਸ ਨੇ, ਰਿਪਬਲਿਕ ਅਫਗਾਨਿਸਤਾਨ, ਖਾਲਿਸਤਾਨ ਦੀਆਂ ਰਿਪਬਲਿਕਸ ਨੇ ਜਿਹੜੀਆਂ ਇਹ ਥਿਊਕਰੈਟਿਕ ਸਟੇਟਸ ਦੀਆਂ ਗੱਲਾਂ ਕਰ ਰਹੇ ਨੇ। ਉਹਦੀਆਂ ਐਗਜ਼ਾਮਪਲਸ ਅਫਗਾਨਿਸਤਾਨ ਆ, ਇਰਾਨ ਆ, ਤੁਸੀਂ ਇਰਾਕ 'ਚ ਵੀ ਦੇਖ ਲਓ, ਤੁਸੀਂ ਸਾਊਦੀ ਅਰੇਬੀਆ 'ਚ ਵੀ ਦੇਖ ਲਓ। I can quote you numerous examples। ਜੀ 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 ਠੀਕ ਹੈ। ਇੱਦਾਂ ਦੀਆਂ ਜਿਹੜੀਆਂ ਮਤਲਬ ਕਿ ਇਹਨਾਂ ਦੀਆਂ ਕਿਰਪਾਨਾਂ ਵਰਗੀਆਂ ਸਿਆਸਤਾਂ ਨੇ, ਇਹ ਦੂਜੀ ਜਦੋਂ ਵਰਲਡ ਵਾਰ ਖਤਮ ਹੋਈ ਆ ਉਹ ਟੋਟਲੀ ਨਕਾਰਤੀਆਂ ਸੀਗੀਆਂ। ਟਾਂਡਾ ਜੀ ਬਹੁਤ ਛੋਟਾ ਜਿਹਾ, ਮੈਂ ਕੁੱਕੀ ਜੀ ਮਾਫ ਕਰਨਾ, ਹੁਣ ਨਾ ਸਮਾਂ ਨਹੀਂ ਆਪਣੇ ਕੋਲ ਬਚਿਆ। ਟਾਂਡਾ ਜੀ ਬਹੁਤ ਛੋਟਾ ਜਿਹਾ ਕਮੈਂਟ। ਮੈਂ ਸਿਰਫ ਇੰਨਾ ਕਹਿਣਾ, ਟੂ ਨੇਸ਼ਨ ਥਿਊਰੀ ਪਾਕਿਸਤਾਨ ਨੂੰ ਸਟੱਡੀ ਕਰਿਓ ਪਹਿਲਾਂ, ਫਿਰ ਗੱਲ ਕਰੋ। ਪਾਕਿਸਤਾਨ ਦੀ ਸਟੱਡੀ ਨਹੀਂ ਕਰਦੇ ਜੀ ਅਸੀਂ, ਸਾਨੂੰ ਨਾ ਅਸੀਂ ਪਾਕਿਸਤਾਨ ਦੇ ਏਜੰਟ ਆ, ਸਾਡਾ ਤਾਂ ਰਾਜ ਆ ਉੱਤੇ, ਸਾਡਾ ਤਾਂ ਲਾਹੌਰ ਵੀ ਸਾਡਾ ਹੈ। ਜਿੱਥੇ ਸਿੱਖ ਸਟੇਟ ਬਣ ਗਿਆ, ਸਿੱਖ ਰਾਜ ਬਣ ਗਿਆ, ਲਾਹੌਰ ਵੀ ਲਵਾਂਗੇ। ਜਿਹੜੀ ਤੁਸੀਂ ਗੱਲ ਕਹਿੰਦੇ ਟਾਉਂਟ ਕਰਦੇ ਨਾ, ਟਾਡਾ ਸਾਹਿਬ ਪਹਿਲਾਂ ਜਿਹੜਾ ਸਾਡੇ ਨਾਲ ਵਾਅਦਾ 47 ਵਾਲਾ ਕਰਕੇ ਲੈ ਕੇ ਆਏ ਉਹ ਗੱਲ ਕਰੋ। ਅਸੀਂ ਤਾਂ 10 ਮਿੰਟਾਂ 'ਚ ਲੈ ਲਾਂਗੇ ਇਹਨਾਂ ਨੂੰ। ਜੇ ਨਹਿਰੂ ਤੇ ਗਾਂਧੀ ਦੀ ਕਿਰਪਾ, ਜੇ ਨਹਿਰੂ ਜੀ ਦੀ ਕਿਰਪਾ ਨਾਲ ਹੁੰਦੀ ਤਾਂ ਲੈ ਲਿਆ ਸੀਗਾ। ਜਰਨਲ ਹਰਬਖਸ਼ ਸਿੰਘ ਨੇ ਤਾਂ ਖੋਹ ਲਿਆ ਸੀਗਾ, ਪਾਕਿਸਤਾਨ ਦੀ ਜੰਗ ਵੇਲੇ ਖੋਹ ਲਿਆ ਸੀਗਾ। ਜੇ ਕਿਤੇ ਨਾ ਰੋਕਦੇ, ਬ੍ਰਿਗੇਡੀਅਰ ਪ੍ਰੀਤਮ ਸਿੰਘ ਨੇ ਕਧਾਰਗੜ੍ਹ ਛੰਨ ਵਾਲੇ ਨੂੰ ਨਾ ਰੋਕਦੇ, ਲੈ ਲਿਆ ਸੀਗਾ। ਚਲੋ ਤਾਂ ਹੁਣ ਵੀ ਲੈ ਲਾਂਗੇ। ਚੰਨੀ ਸਾਹਿਬ ਛੋਟਾ ਜਿਹਾ ਕਮੈਂਟ ਨਾ ਕਰੋ, ਮੈਂ ਵਾਈਂਡ ਅਪ ਕਰਨਾ। ਛੋਟਾ ਜਿਹਾ ਲਾਹੌਰ ਨੂੰ ਤਾਂ ਤੁਸੀਂ ਸ਼ੁਰੂ ਕਰੋ ਪਹਿਲਾਂ। ਪਹਿਲੀ ਗੱਲ ਤਾਂ ਮੈਨੂੰ ਕਹਿਣਾ ਚਾਹੀਦਾ, ਵਾਜਹਾਤ ਗੱਲ ਕਰ ਰਹੇ ਵਾਜਹਾਤ ਨਹੀਂ ਗੱਲ ਕਰਦੇ ਤੁਸੀਂ, ਵਾਜਹਾਤ ਗੱਲ ਤੁਸੀਂ ਸਾਨੂੰ ਪਾਕਿਸਤਾਨ ਦੇ ਨਾਲ ਕਹਿੰਦੇ। ਸਾਡਾ ਤਾਂ ਰਾਜ ਆ ਉੱਤੇ, ਸਾਡਾ ਤਾਂ ਸਿੱਖ ਰਾਜ, ਸਿੱਖ ਸਟੇਟ ਆ ਉੱਤੇ। ਚੰਨੀ ਸਾਹਿਬ ਸਾਡਾ ਸਿੱਖ ਰਾਜ, ਸਿੱਖ ਸਟੇਟ ਉੱਥੇ ਹੈ। ਅੱਧਾ ਸਾਡਾ ਤੁਹਾਡੇ ਕੋਲੇ, ਅੱਧਾ ਉਹਨਾਂ ਕੋਲੇ ਹੈ। ਜਿਹੜੀ ਗੱਲਾਂ ਕਰਦੇ ਸਿੱਖ ਸਟੇਟ ਦੀ ਗੱਲ ਕਰਦੇ ਮੈਂ ਉਹਨਾਂ ਨੂੰ ਨਾ, ਹੁਣ ਜਦੋਂ ਮੈਂ ਉਹਨਾਂ ਦੀ ਗੱਲ ਕਰਨ ਲੱਗਿਆ, ਹੁਣ ਤੁਹਾਡੀ ਤਾਂ ਨਹੀਂ ਗੱਲ ਕਰਨ ਲੱਗਿਆ। ਮਤਲਬ ਮੈਂ ਤਾਂ ਉਹਨਾਂ ਦੀ ਗੱਲ ਕਰਨ ਲੱਗਿਆ। ਮੈਂ ਕਿਹਾ ਜੀ ਉਹਨਾਂ ਤੋਂ ਵੀ ਲੈ ਲਾਂਗੇ ਜੀ, ਤੁਸੀਂ ਸ਼ੁਰੂਆਤ ਕਰੋ। ਸਾਡਾ ਸਾਹਿਬ, ਚੰਨੀ ਸਾਹਿਬ ਕਰੋ ਹੋ ਪਹਿਲ। ਜਦੋਂ ਤੁਸੀਂ ਉੱਚੀ ਉੱਚੀ ਲਲਕਦੇ ਮਾਰਦੇ ਨੇ, ਕਾਂਗਰਸ ਨੇ ਨਸ਼ਲਕੁਸ਼ੀ ਕੀਤੀ। ਚਲੋ ਬਹਿਸ ਦੇ ਵਿੱਚ ਤੇ ਕੋਈ ਸਮਝ ਨਹੀਂ ਆਉਂਦਾ, ਸ਼ੋਰ ਸ਼ਰਾਬੇ 'ਚ। ਚਲੋ ਚੰਨੀ ਸਾਹਿਬ ਮਾਫ ਕਰਨਾ, ਮੈਂ ਮੇਰੇ ਕੋਲ ਸਮਾਂ ਖਤਮ ਹੋ ਗਿਆ, ਕੁਝ ਪ੍ਰੋਫੈਸ਼ਨਲ ਮਜਬੂਰੀਆਂ ਹੁੰਦੀਆਂ, ਪਰ ਮੇਰੀ ਕੋਸ਼ਿਸ਼ ਸੀ ਕਿ ਇਸ ਰਿਪੋਰਟ ਨੂੰ ਥੋੜਾ ਜਿਹਾ ਡੀਪਲੀ ਇਸ ਤੇ ਚਰਚਾ ਕੀਤੀ ਜਾਵੇ। ਕੁੱਕੀ ਜੀ ਜੁੜੇ, ਗੋਪਾਲ ਜੀ ਆਏ ਸਟੂਡੀਓ ਦੇ ਵਿੱਚ, ਟਾਂਡਾ ਸਾਹਿਬ, ਚੰਨੀ ਸਾਹਿਬ ਬਹੁਤ ਬਹੁਤ ਸਵਾਗਤ ਹੈ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਇਸ ਡਿਬੇਟ ਦੇ ਵਿੱਚ ਹਿੱਸਾ ਲੈਣ ਦੇ ਲਈ। ਅੱਜ ਦੀ ਇਸ ਡਿਬੇਟ ਨੂੰ ਇੱਥੇ ਹੀ ਖਤਮ ਕਰਨਾ ਹੋਏਗਾ। ਮੈਂ ਮਾਫੀ ਚਾਹੁੰਦਾ ਸਾਰੇ ਗੈਸਟ ਤੋਂ, ਪਰ ਅਗਲੇ ਦਿਨਾਂ 'ਚ ਇਸ ਤੇ ਚਰਚਾ ਵੱਡੇ ਪੱਧਰ ਤੇ ਹੋਏਗੀ ਔਰ ਕਰਨੀ ਵੀ ਚਾਹੀਦੀ ਹੈ। ਜਿਸ ਤਰੀਕੇ ਨਾਲ ਰਿਪੋਰਟ ਦੇ ਵਿੱਚ ਆਇਆ ਕਿ ਉਹ ਕੰਸਰਨਸ ਐਡਰੈਸ ਹੋਣੇ ਚਾਹੀਦੇ ਨੇ, ਜੋ ਜਿਨ੍ਹਾਂ ਕੰਸਰਨਸ ਨੂੰ ਲੈ ਕੇ ਇਸ ਤਰੀਕੇ ਦੀਆਂ ਗਤੀਵਿਧੀਆਂ ਹੁੰਦੀਆਂ ਨੇ, ਔਰ ਜਦੋਂ ਹੁੰਦੀਆਂ ਨੇ ਤਾਂ ਉਹਦੇ 'ਚ ਬਹੁਤ ਸਾਰੇ ਐਸੇ ਐਲੀਮੈਂਟਸ ਹੁੰਦੇ ਨੇ ਜਿਹੜੇ ਆਪਣਾ ਫਾਇਦਾ ਚੱਕ ਜਾਂਦੇ ਨੇ ਤੇ ਉਸ ਤੋਂ ਬਾਅਦ ਇਲਜ਼ਾਮ ਪੂਰੀ ਕਮਿਊਨਿਟੀ ਤੇ ਆ ਜਾਂਦੇ ਨੇ, ਚਾਹੇ ਕਿਸੇ ਵੀ ਰੂਪ ਦੇ ਵਿੱਚ ਹੋਣ। ਅੱਜ ਦੀ ਇਸ ਡਿਬੇਟ ਦੇ ਵਿੱਚ ਫਿਲਹਾਲ ਇੰਨਾ ਹੀ, ਪਰ ਖਬਰਾਂ ਲਗਾਤਾਰ ਨਿਊਜ਼ 18 ਪੰਜਾਬ ਹਰਿਆਣਾ ਤੇ ਜਾਰੀ ਰਹਿਣ।